ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਮੈਂ ਹਾਂ ਜੀ ਮਨਪ੍ਰੀਤ ਧਾਮੀ ਤੇ ਮੈਂ ਹਰਮਿੰਦਰ ਸਿੰਘ ਬਸਰਾ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ। ਜਿੱਦਾਂ ਤੁਸੀਂ ਦੇਖਦੇ ਹੋ ਕਿ ਅਸੀਂ ਆਪਣੇ ਆਸ-ਪਾਸ ਨਿਗਾਹ ਰੱਖਦੇ ਹਾਂ ਕਿ ਕੀ ਵਾਪਰਿਆ, ਖਾਸ ਕਰ ਇਸ ਮਹਾਮਾਰੀ ਨੂੰ ਲੈ ਕੇ ਕੀ ਵਾਪਰਿਆ, ਪ੍ਰਸ਼ਾਸਨ ਕੀ ਕਰ ਰਿਹਾ, ਤੇ ਹੁਣ ਜਿਹੜੀਆਂ ਲਾਕਡਾਊਨ ਸੰਬੰਧੀ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ ਉਸ ਨਾਲ ਕੀ ਸਾਡੀ ਲਾਈਫ ਦੇ ਵਿੱਚ ਚੇਂਜਸ ਆਉਣਗੀਆਂ ਤੇ ਕਿਸ ਤਰੀਕੇ ਨਾਲ ਅਸੀਂ ਅੱਗੇ ਇਸ ਬਿਮਾਰੀ ਤੋਂ ਬਚਣ ਦੇ ਲਈ ਆਪਾਂ ਉਪਾਅ ਕਰਨੇ ਨੇ। ਪਹਿਲਾਂ ਦੀ ਰਿਪੋਰਟ ਜੀ। ਤੇ ਜੇਕਰ ਅਸੀਂ ਕੋਵਿਡ-19 ਦੀ ਰਿਪੋਰਟ ਦੀ ਗੱਲ ਕਰੀਏ ਤਾਂ ਇਹ ਸਾਡੇ ਲਈ ਥੋੜਾ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਜਿਹੜੇ ਜਿੱਦਾਂ ਕੇਰਲ ਪਹਿਲੇ ਨੰਬਰ ਤੇ ਹੈ ਜਿੱਥੇ ਮਰੀਜ਼ ਜ਼ਿਆਦਾ ਠੀਕ ਹੋ ਰਹੇ ਨੇ, ਤੇ ਪੰਜਾਬ ਦੂਸਰੇ ਨੰਬਰ ਤੇ ਆ ਗਿਆ ਜਿੱਥੇ ਮਰੀਜ਼ਾਂ ਨੇ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਠੀਕ ਹੋਏ ਨੇ, ਘਰਾਂ ਨੂੰ ਵਾਪਸ ਗਏ ਨੇ, ਕਿ 86% ਜਿਹੜੇ ਮਰੀਜ਼ ਆ ਉਹ ਠੀਕ ਹੋ ਚੁੱਕੇ ਨੇ। ਤੇ ਪੰਜਾਬ ਦੇ ਵਿੱਚ ਹੁਣ ਤੱਕ ਜਿਹੜੇ ਕੁੱਲ ਪੀੜਤ ਨੇ 2069 ਹੁਣ ਤੱਕ ਪੀੜਤ ਪਾਏ ਗਏ ਨੇ ਤੇ 40 ਮੌਤਾਂ ਹੋ ਚੁੱਕੀਆਂ ਨੇ। ਤੇ ਕੱਲ ਜਿਹੜਾ 38 ਕੇਸ ਨਵੇਂ ਆਏ ਨੇ ਐਤਵਾਰ ਵਾਲੇ ਦਿਨ। ਤੇ ਕਿਹੜੀ ਜਗ੍ਹਾ ਕਿੰਨੇ ਕੇਸ ਆਏ ਨੇ ਉਹਦੀ ਜਾਣਕਾਰੀ ਹੈ ਕਿ ਲੁਧਿਆਣਾ ਦੇ ਵਿੱਚ 23 ਕੇਸ ਨਵੇਂ ਆਏ ਨੇ, ਨਵਾਂ ਸ਼ਹਿਰ ਦੇ ਵਿੱਚ 5, ਫਰੀਦਕੋਟ ਦੇ ਵਿੱਚ 4, ਅੰਮ੍ਰਿਤਸਰ ਸਾਹਿਬ ਦੇ ਵਿੱਚ 3, ਜਲੰਧਰ ਦੇ ਵਿੱਚ 3, ਜਲੰਧਰ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ 9 ਕੇਸ ਅਜਿਹੇ ਆਏ ਨੇ ਜਿਹੜੇ ਕਿ ਵਿਦੇਸ਼ਾਂ ਤੋਂ ਪਰਤੇ ਨੇ। ਮਨਪ੍ਰੀਤ, ਕੇਸ ਜਿਹੜੇ ਆ ਮੇਰੇ ਹਿਸਾਬ ਨਾਲ ਜਿੰਨੇ ਆਏ ਆ ਇਹ ਬਹੁਤ ਜ਼ਿਆਦਾ ਨੇ। ਇੰਨੇ ਨਹੀਂ ਸੀ ਹੋਣੇ ਚਾਹੀਦੇ ਕਿ ਪਿਛਲੇ ਦਿਨਾਂ ਤੋਂ 8, 9, 10, 11 ਜਿਹੜੇ ਆ ਉਹ ਆ ਰਹੇ ਸੀ। ਤੇ ਮੈਨੂੰ ਲੱਗਦਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਲੈਵਲ ਆ ਹੋਰ ਥੱਲੇ ਜਾਏਗਾ, 3, 4 ਜਾਂ 2, 1 ਤੇ ਆ ਜਾਏਗਾ। ਲੇਕਿਨ ਜਿਹੜੇ ਇੱਕਦਮ ਇੰਨੇ ਕੇਸ ਨਿਕਲਨੇ ਕਿਤੇ ਕਿਤੇ ਜਿਹੜਾ ਆ ਇਹ ਡਰ ਦਾ ਮਾਹੌਲ ਜਿਹੜਾ ਆ ਲੋਕਾਂ ਵਿੱਚ ਉਹ ਪੈਦਾ ਕਰਦਾ। ਫਿਰ ਖਾਸ ਕਰ ਜਿੱਥੇ ਚੇਨ ਬਣੀ ਆ, ਅਗਰ ਉਹਨਾਂ ਦੇ ਵਿੱਚੋਂ ਕੇਸ ਆਉਂਦੇ ਨੇ ਨਾ ਤਾਂ ਉਹ ਜ਼ਿਆਦਾ ਖਤਰਨਾਕ ਨੇ। ਹਾਂ, ਅਗਰ ਕੋਈ ਫੋਰਨਰ ਆ ਗਿਆ ਜਾਂ ਕੋਈ ਦੂਜੇ ਸਟੇਟ ਤੋਂ ਜਾਂ ਦੂਜੇ ਦੇਸ਼ ਦੇ ਉੱਤੋਂ ਸਾਡੇ ਵਿੱਚ ਆਇਆ ਆ, ਉਹਨੂੰ ਆਉਂਦੇ ਨੂੰ ਜਿਹੜਾ ਆ ਕੁਆਰੰਟਾਈਨ ਕੀਤਾ ਗਿਆ ਆ ਤੇ ਉੱਥੇ ਉਹ ਪੋਜ਼ਿਟਿਵ ਆ ਜਾ, ਉਹਦਾ ਰਿਸਕ ਨਹੀਂ ਹੁੰਦਾ। ਰਿਸਕ ਇੱਦਾਂ ਨਹੀਂ ਹੁੰਦਾ ਕਿ ਉਹ ਲੋਕਾਂ ਨੂੰ ਉੱਥੇ ਮਿਲਦਾ ਨਹੀਂ, ਅੱਗੇ ਫੈਲਣ ਦਾ ਉਹਦਾ ਡਰ ਨਹੀਂ ਹੁੰਦਾ। ਉਸ ਤੋਂ ਬਾਅਦ ਉਹ ਥੋੜ੍ਹੇ ਦਿਨ ਉੱਥੇ ਰਹਿੰਦਾ, ਠੀਕ ਹੁੰਦਾ, ਆਪਣੇ ਘਰ ਆ ਜਾਂਦਾ, ਤਾਂ ਉਹਦਾ ਕੋਈ ਐਡਾ ਇਸ਼ੂ ਨਹੀਂ ਹੈਗਾ। ਲੇਕਿਨ ਜੇ ਜਿਹੜੀ ਚੇਨ ਬਣੀ ਹੈ ਉਹਦੇ ਵਿੱਚੋਂ ਪੇਸ਼ੈਂਟ ਆਉਂਦੇ ਆ ਤੇ ਉਹ ਜਦ ਤੱਕ ਕਲੀਅਰ ਹੁੰਦਾ, ਪੋਜ਼ਿਟਿਵ ਹੁੰਦਾ, ਉਹਦਾ ਪਤਾ ਲੱਗਦਾ, ਉਨੀ ਦੇਰ ਤੱਕ ਉਹ ਕਿੰਨੇ ਲੋਕਾਂ ਨੂੰ ਜਿਹੜਾ ਆ ਉਹ ਮਿਲ ਚੁੱਕਾ ਹੁੰਦਾ ਨਾ, ਜਿਹਦੇ ਕਰਕੇ ਉਹਨਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ। ਲੇਕਿਨ ਜਿਹੜੀ ਸਰ ਨਵੀਂ ਚੇਨ ਬਣ ਰਹੀ ਹੈ ਜ਼ਿਆਦਾਤਰ ਉਹੀ ਨੇ ਜਿਹੜੇ ਬਾਹਰ ਤੋਂ ਫਲਾਈਟਾਂ ਦੇ ਰਾਹੀਂ ਜਿਹੜੇ ਆਏ ਨੇ, ਜ਼ਿਆਦਾਤਰ ਉਹੀ ਨੇ। ਜੇ ਜਿਹੜੇ ਉਹ ਆਉਂਦੇ ਆ ਉਹਨਾਂ ਦਾ ਉਹਨਾਂ ਖਤਰਾ ਇਸੇ ਕਰਕੇ ਨਹੀਂ ਹੁੰਦਾ ਕਿਉਂਕਿ ਉਹ ਕਿਸੇ ਨੂੰ ਟੱਚ ਨਹੀਂ ਆਉਂਦੇ ਨਾ। ਫਲਾਈਟ ਦੇ ਵਿੱਚ ਜਿਨ੍ਹਾਂ ਨਾਲ ਆਇਆ ਉਹਨਾਂ ਨੂੰ ਰਿਸਕ ਜ਼ਰੂਰ ਹੋ ਸਕਦਾ ਉਹਨਾਂ ਦਾ, ਲੇਕਿਨ ਕਿ ਜਦੋਂ ਕਿ ਸਾਰਿਆਂ ਨੂੰ ਆਉਣ ਵਾਲਿਆਂ ਨੂੰ ਕੁਆਰੰਟਾਈਨ ਕੀਤਾ ਜਾਂਦਾ ਆ ਤੇ ਉਹਦੇ ਕਰਕੇ ਉਹ ਏਡਾ ਰਿਸਕ ਨਹੀਂ ਰਹਿ ਜਾਂਦਾ ਕਿ ਅਗਰ ਕੋਈ ਹੋ ਗਿਆ ਵੀ ਤਾਂ ਉਹ ਵੀ ਠੀਕ ਹੋ ਕੇ ਉਹ ਕਲੀਅਰ ਹੋ ਕੇ ਘਰ ਆ ਜਾਏਗਾ। ਲੇਕਿਨ ਇੰਡੀਆ ਦੇ ਲਈ ਇੱਕ ਜਿਹੜੀ ਰਾਹਤ ਦੀ ਖਬਰ ਉਹ ਇਹ ਆ ਕਿ ਜਿਹੜਾ ਇੱਥੇ ਡੈਥ ਰੇਟ ਆ ਨਾ ਉਹ ਬਹੁਤ ਘੱਟ ਆ। ਹਾਂ, ਡੈਥ ਰੇਟ ਘੱਟ ਆ। ਅਗਰ ਆਪਾਂ ਗੱਲ ਕਰਦੇ ਹਾਂ ਆਪਾਂ ਆਸ-ਪਾਸ ਵੀ ਆਪਣੇ ਦੇਖੀਏ ਕਿ ਜਿੰਨੀਆਂ ਡੈਥ ਹੋਈਆਂ ਨੇ ਕਰੋਨਾ ਦੇ ਕਾਰਨ, ਹੈ ਨਾ, ਉਹ ਜਾਂ ਤਾਂ ਉਹ ਜਿੰਨੇ ਬੰਦੇ ਸੀ, ਜਿੰਨੇ ਪੇਸ਼ੈਂਟ ਸੀਗੇ, ਉਹ ਕਿਸੇ ਨਾ ਕਿਸੇ ਰੋਗ ਤੋਂ ਪਹਿਲਾਂ ਪੀੜਤ ਸੀ। ਭਾਵੇਂ ਫਗਵਾੜਾ ਦੀ ਜਿਹੜੀ ਕੁਛ ਦਿਨ ਦੀ ਬੱਚੀ ਸੀ ਉਹਦੀ ਗੱਲ ਕਰ ਲਈਏ, ਉਹਦੇ ਦਿਲ ਦੇ ਵਿੱਚ ਸ਼ੇਕ ਸੀ। ਬੇਸ਼ੱਕ ਬਲਦੇਵ ਸਿੰਘ ਜਿਹੜੇ ਬੰਗਾ ਲਾਗੇ ਜਿੱਥੋਂ ਪਹਿਲੀ ਡੈਥ ਹੋਈ ਸੀ ਪੰਜਾਬ ਦੀ, ਉਹ ਵੀ ਬਜ਼ੁਰਗ ਸੀ ਤੇ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀਗੇ। ਕੱਲ ਇੱਕ ਜਿਹੜੀ ਬੱਚੇ ਦੀ ਡੈਥ ਹੋਈ ਆ ਲੁਧਿਆਣਾ ਦੇ ਵਿੱਚ, ਹੈ ਨਾ, ਉਹ ਵੀ ਜਿਹੜਾ ਆ ਉਹਨੂੰ ਹੈਪੇਟਾਈਟਸ ਸੀ ਤੇ ਉਹ ਵੀ ਬਿਮਾਰ ਸੀ। ਲੇਕਿਨ ਜਿਹੜੇ ਤੰਦਰੁਸਤ ਬੰਦੇ ਨੇ ਉਹਨਾਂ ਦੀ ਜਿਹੜੀ ਆ ਬਹੁਤ ਰੇਅਰ ਕਿਤੇ ਆ ਕਿ ਕੋਈ ਪ੍ਰੋਬਲਮ ਆ ਜਾਵੇ, ਉਹਨਾਂ ਦੀ ਡੈਥ ਕਰੋਨਾ ਦੇ ਨਾਲ ਹੋ ਜਾਵੇ। ਲੇਕਿਨ ਨਹੀਂ ਤਾਂ ਉਹ ਸਾਰੇ ਵਿਦਆਊਟ ਸਿੰਪਟਮਸ ਜਿਹੜੇ ਆ ਖਾਸ ਕਰ ਇੰਡੀਆ ਦੇ ਵਿੱਚ ਉਹ ਠੀਕ ਹੋ ਰਹੇ ਨੇ। ਇਹ ਇੱਕ ਚੰਗੀ ਸਾਈਨ ਨੇ। ਕਹਿਣ ਦਾ ਮਤਲਬ ਇਹ ਕਿ ਜਿਨ੍ਹਾਂ ਨੂੰ ਕੋਈ ਪਹਿਲਾਂ ਪ੍ਰੋਬਲਮ ਹੈਗੀ ਹੈ, ਉਹਨਾਂ ਦਾ ਜਿਹੜਾ ਸਿਸਟਮ ਹੈ ਥੋੜਾ ਵੀਕ ਆ, ਉਹ ਕਰੋਨਾ ਦੇ ਨਾਲ ਜਿਹੜਾ ਲੜਨ ਦੇ ਵਿੱਚ ਥੋੜਾ ਹੋ ਗਿਆ ਨਾ ਉਹਨਾਂ ਨਾਲ। ਗੱਲ ਉਹੀ ਆ ਜਾਂਦੀ ਨਾ ਕਿ ਤੁਸੀਂ ਕਰੋਨਾ ਨਾਲ ਲੜਨ ਦਾ ਇਹ ਆ ਕਿ ਇਹ ਕਹਿ ਲਓ ਕਿ ਉਹ ਮੁਰੇ ਭਲਵਾਨ ਆ ਸਾਡੇ ਦਾ, ਅਸੀਂ ਆਪਣੇ ਆਪ ਨੂੰ ਤਕੜਾ ਕਰਨਾ ਹੈ ਨਾ, ਤਾਂ ਅਸੀਂ ਉਹਨੂੰ ਢਾਹ ਸਕਾਂਗੇ। ਜਦੋਂ ਇਹ ਲੜਾਈ ਹੁੰਦੀ ਆ ਕਰੋਨਾ ਦਾ ਜਿਹੜਾ ਵਾਇਰਸ ਆ ਤੇ ਜਿਹੜੇ ਤੁਹਾਡੇ ਅੰਦਰ ਸੈੱਲ ਨੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਣੀ ਆ, ਤੇ ਜਿੰਨੀ ਜਲਦੀ ਆਪਾਂ ਉਸ ਵਾਇਰਸ ਤੋਂ ਜਿੱਤ ਲਵਾਂਗੇ ਉਨੀ ਜਲਦੀ ਆਪਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲ ਜਾਂਦੇ ਆ। ਤੇ ਇਸ ਕਰਕੇ ਹੀ ਆਪਾਂ ਕਹਿੰਦੇ ਕਿ ਆਪਣਾ ਇਮਿਊਨ ਸਿਸਟਮ ਜਿਹੜਾ ਆ ਉਹਨੂੰ ਆਪਾਂ ਮਜ਼ਬੂਤ ਕਰੀਏ।
ਹੋਮਿਓਪੈਥੀ ਨੇ ਜਿਹੜਾ ਉਹ ਇੰਡੀਅਨ ਗਵਰਨਮੈਂਟ ਨੇ ਵੀ ਉਹਨੂੰ ਕਹਿਤਾ ਉਹਦੀ ਇੱਕ ਮੈਡੀਸਿਨ ਆ, ਮੈਨੂੰ ਹੁਣ ਇਹਦਾ ਨਾਮ ਨਹੀਂ ਪਤਾ, ਲੇਕਿਨ ਡਾਕਟਰ ਮਿਸਰੀ ਰਾਜਨ ਨੇ ਵੀ ਉਦੋਂ ਸਾਨੂੰ ਇੰਟਰਵਿਊ ਦੇ ਵਿੱਚ ਦੱਸਿਆ ਸੀ ਜਾਂ ਹੋਰ ਦੱਸਿਆ ਸੀ ਕਿ ਉਹ ਅਗਰ 3 ਦਿਨ ਆਪਾਂ ਮੈਡੀਸਿਨ ਲੈਂਦੇ ਹਾਂ ਰੋਜ਼ ਦੀਆਂ 4 ਗੋਲੀਆਂ, ਤਾਂ ਉਹਦੇ ਨਾਲ ਵੀ 3 ਦਿਨ ਲੈਣ ਦੇ ਨਾਲ ਸਾਡਾ ਇਮਿਊਨ ਸਿਸਟਮ ਜਿਹੜਾ ਆ ਉਹ ਸਟਰੋਂਗ ਹੁੰਦਾ ਆ, ਹੈ ਨਾ। ਤੇ ਇਦਾਂ ਹੀ ਜਿਹੜੀਆਂ ਚੀਜ਼ਾਂ ਆ ਉਹ ਖਾਣੀ ਚਾਹੀਦੀਆਂ। ਬਾਕੀ ਅਲਕੋਹਲ ਤੋਂ ਬਚੋ। ਆਪਾਂ ਇਹ ਕਹਿੰਦੇ ਆ ਕਿ ਲੋਕੀ ਕਹਿੰਦੇ ਆ ਕਿ ਕਰੋਨਾ ਜਿਹੜਾ ਅਲਕੋਹਲ ਨਾਲ ਮਰਦਾ, ਅਗਰ ਹੱਥ ਦੇ ਉੱਤੇ ਅਲਕੋਹਲ ਲਾ ਲਈਏ ਤਾਂ ਜਰਾਸੀਮ ਖਤਮ ਹੋ ਜਾਂਦੇ ਆ, ਲੇਕਿਨ ਜੇ ਡਾਕਟਰ ਕਹਿੰਦੇ ਅਗਰ ਤੁਸੀਂ ਅਲਕੋਹਲ ਪੀਂਦੇ ਆ ਤਾਂ ਤੁਹਾਡਾ ਇਮਿਊਨ ਸਿਸਟਮ ਜਿਹੜਾ ਆ ਉਹ ਵੀਕ ਹੋ ਜਾਂਦਾ। ਜੇ ਉਹ ਵੀਕ ਹੁੰਦਾ ਤਾਂ ਤੁਸੀਂ ਕਰੋਨਾ ਤੋਂ ਅਗਰ ਪੀੜਤ ਹੁੰਨੇ ਵੀ ਹੋ ਜਾਂ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਤੁਹਾਨੂੰ ਉਹਦੇ ਜਿਹੜਾ ਵਾਇਰਸ ਆ ਉਹ ਤੁਹਾਡੇ ਤੇ ਭਾਰੀ ਉਹ ਪੈ ਸਕਦਾ ਆ। ਸਰ ਉੱਥੇ ਜੇਕਰ ਆਪਾਂ ਜਲੰਧਰ ਦੀ ਗੱਲ ਕਰੀਏ, ਜਲੰਧਰ ਦੇ ਵਿੱਚ ਕਰੋਨਾ ਦਾ ਕਹਿਰ ਜਿਹੜਾ ਜਾਰੀ ਹੈ, ਉੱਥੇ ਹੁਣ ਤੱਕ ਜਿਹੜੇ 214 ਕੁੱਲ ਕੇਸ ਜਿਹੜੇ ਹੋ ਗਏ ਨੇ, 6 ਮੌਤਾਂ ਜਲੰਧਰ ਦੇ ਵਿੱਚ ਹੋਈਆਂ ਨੇ ਤੇ 148 ਜਿਹੜੇ ਉਹ ਠੀਕ ਵੀ ਹੋ ਚੁੱਕੇ ਨੇ। ਸਿਰਫ ਤੇ ਸਿਰਫ 60 ਮਰੀਜ਼ ਅਜਿਹੇ ਨੇ ਜਿਹੜੇ ਇਲਾਜ ਦੇ ਅਧੀਨ ਨੇ। ਪਰ ਜਿਹੜੀ ਕੱਲ ਛੋਟ ਮਿਲੀ ਆ ਉੱਥੇ ਜਲੰਧਰ ਦੇ ਵਿੱਚ ਵੀ ਮਤਲਬ ਬਰਾਬਰ ਦੀ ਜਿਹੜੀ ਛੋਟ ਮਿਲੀ ਹੈ, ਸੈਲੂਨ ਖੋਲ ਦਿੱਤੇ ਗਏ ਨੇ ਤੇ ਰਾਤ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਜਿਹੜਾ ਘਰੋਂ ਨਿਕਲਣ ਤੇ ਮਨਾਹੀ ਆ ਜ਼ਰੂਰੀ ਕੰਮ ਤੋਂ ਇਲਾਵਾ। ਤੇ ਨਾਲ ਦੀ ਨਾਲ ਜਿਹੜੇ ਸਲੂਨ ਖੋਲੇ ਗਏ ਨੇ, ਟੈਕਸੀ ਕੈਬ ਵਗੈਰਾ ਇਹ ਉਹ, ਤੁਹਾਨੂੰ ਨਹੀਂ ਲੱਗ ਰਿਹਾ ਕਿ ਜਿਹੜੀ ਇੰਨੀ ਜ਼ਿਆਦਾ ਇੱਕਦਮ ਛੋਟ ਮਿਲੀ ਆ ਉਹ ਕਿਤੇ ਨਾ ਕਿਤੇ ਜਿਹੜਾ ਇਹ ਵੜਾਵਾ ਹੋ ਸਕਦਾ ਹੈ ਕਰੋਨਾ ਦਾ? ਪਾਲਿਸੀ ਜਿਹੜੀਆਂ ਸੀ ਉਹ ਇੰਡੀਅਨ ਗਵਰਨਮੈਂਟ ਨੇ ਵੀ, ਪੰਜਾਬ ਗਵਰਨਮੈਂਟ ਨੇ ਟੋਟਲ ਚੇਂਜ ਕੀਤੀਆਂ। ਪਹਿਲਾਂ ਜਿੰਨੇ ਮੁੱਖ ਮੰਤਰੀ ਸੀ ਜਿੰਨੇ ਵੀ ਸਟੇਟਾਂ ਦੇ, ਜ਼ਿਆਦਾਤਰ ਨੇ ਸੈਂਟਰ ਤੋਂ ਇਹ ਮੰਗ ਕੀਤੀ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ, ਬੇਸ਼ੱਕ ਰੈੱਡ ਜ਼ੋਨ, ਗ੍ਰੀਨ ਜ਼ੋਨ, ਔਰੰਜ ਜ਼ੋਨ ਹੋਵੇ, ਉਹ ਸੈਂਟਰ ਨੂੰ ਐਡੀ ਦੂਰ ਬੈਠੇ ਪਤਾ ਹੀ ਨਹੀਂ ਹੁੰਦਾ ਕਿ ਐਕਚੁਅਲ ਗਰਾਊਂਡ ਦੀ ਪੋਜੀਸ਼ਨ ਕੀ ਆ, ਹੈ ਨਾ। ਕੈਪਟਨ ਸਾਹਿਬ ਨੇ ਵੀ ਇਹੀ ਕਿਹਾ ਸੀ, ਬਾਕੀ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਵੀ ਇਹੀ ਕਿਹਾ ਸੀ। ਇਸ ਕਰਕੇ ਉਹਨਾਂ ਨੇ ਬਹੁਤ ਸਾਰੀਆਂ ਛੋਟਾਂ ਜਿਹੜੀਆਂ ਨੇ, ਜਿਹੜੇ ਅਧਿਕਾਰ ਨੇ ਉਹਦੇ ਵਿੱਚ ਸਟੇਟਾਂ ਨੂੰ ਜ਼ਿਆਦਾ ਦੇ ਦਿੱਤੇ ਆ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਵੀ ਤੇ ਕਾਰਵਾਈ ਕਿ ਕਿੱਦਾਂ ਨਾਲ ਪਾਲਿਸੀ ਬਣਾਉਣੀ ਹੈ। ਮਤਲਬ ਤੁਸੀਂ ਦੇਖਣਾ ਕਿ ਤੁਹਾਡੇ ਕੰਡੀਸ਼ਨ ਕਿੱਦਾਂ ਦੀ ਹੈਗੀ ਹੈ, ਉਸ ਹਿਸਾਬ ਨਾਲ ਤੁਸੀਂ ਜਿਹੜੀ ਛੋਟ ਆ। ਹੁਣ ਜੇ ਜਲੰਧਰ ਖੁੱਲਾ ਆ ਉੱਥੇ ਤਾਂ ਕੋਈ ਹਜੇ ਤਾਈਂ ਡੀਸੀ ਸਾਹਿਬ ਵੱਲੋਂ ਤਾਂ ਕੋਈ ਕੈਟਾਗਰੀ ਸਿਸਟਮ ਨਹੀਂ ਲਾਗੂ ਕੀਤਾ ਗਿਆ, ਲੇਕਿਨ ਪਤਾ ਲੱਗਾ ਕਿ ਉੱਥੇ ਹਰੇਕ ਤਰ੍ਹਾਂ ਦੀ ਦੁਕਾਨ ਪੂਰੀ ਤਰ੍ਹਾਂ ਖੁੱਲ ਗਈ ਹੈ ਨਾ ਜੀ। ਆਪਾਂ ਇਹ ਕਹਿ ਸਕਦੇ ਹਾਂ, ਪਹਿਲਾਂ ਤਾਂ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਜੇ ਲਾਕਡਾਊਨ ਸਿਰਫ ਹੁਣ ਇੱਥੇ ਨਾਮ ਦਾ ਆ, ਐਕਚੁਅਲ ਦੇ ਵਿੱਚ ਪੰਜਾਬ ਦੇ ਵਿੱਚ ਲਾਕਡਾਊਨ ਨਹੀਂ ਹੈਗਾ। ਲਾਕਡਾਊਨ ਹੈਗਾ ਕੁਛ ਇੱਕ ਕੰਮਾਂ ਦੇ ਉੱਤੇ, ਹਨਾ। ਬੇਸ਼ੱਕ ਉਹ ਜਿਮ ਹੋਣ, ਬੇਸ਼ੱਕ ਉਹ ਮੈਰਿਜ ਪੈਲੇਸ ਹੋਣ, ਸਕੂਲ ਹੋਣ ਜਾਂ ਰੈਸਟੋਰੈਂਟ ਹੋਣ ਇਨ ਡਾਈਨਿੰਗ ਲਈ, ਉਹਨਾਂ ਲਈ ਵੀ ਜਿਹੜਾ ਲਾਕਡਾਊਨ ਆ, ਹਨਾ। ਇੱਦਾਂ ਦੀਆਂ ਚੀਜ਼ਾਂ ਉੱਤੇ ਲਾਕਡਾਊਨ ਹੈਗਾ ਆ। ਜੇ ਆਪਾਂ ਗੱਲ ਕਰਦੇ ਹਾਂ ਕਿ ਬਈ ਉੱਦਾਂ ਲਾਕਡਾਊਨ ਦੀ ਹਰ ਚੀਜ਼ ਤਾਂ ਖੁੱਲ੍ਹੀ ਆ, ਆਪਾਂ ਕਿਤੇ ਵੀ ਜਾਂਦੇ ਆ, ਕੋਈ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਨੇ, ਆਪਾਂ ਸ਼ਾਪਿੰਗ ਲਈ ਜਾ ਸਕਦੇ ਹਾਂ, ਸਿਰਫ ਮਾਲ ਬੰਦ ਨੇ, ਹਨਾ। ਬਾਜ਼ਾਰਾਂ ਦੇ ਵਿੱਚ ਜਾ ਸਕਦੇ ਹਾਂ, ਜਦੋਂ ਕਿ ਮਾਲ ਨਾਲੋਂ ਵੱਧ ਰਸਤਾ ਜਿਹੜਾ ਆ ਉਹ ਬਾਜ਼ਾਰਾਂ ਦੇ ਵਿੱਚ ਉਹ ਪੈਂਦਾ ਆ, ਹਨਾ। ਜਦੋਂ ਇਹ ਸਭ ਕੁਝ ਖੁੱਲ੍ਹਾ ਆ ਤੇ ਫਿਰ ਲਾਕਡਾਊਨ ਕਾਹਦਾ? ਅੱਛਾ, ਜਿਹੜੀ ਗੱਲ ਕਰ ਰਹੇ ਸੀ ਆਪਾਂ ਗ੍ਰੀਨ ਜ਼ੋਨ, ਰੈੱਡ ਜ਼ੋਨ, ਔਰੰਜ ਜ਼ੋਨ ਦੀ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਚੇਂਜ ਹੋ ਗਈਆਂ। ਹੁਣ ਆਪਣੇ ਤੌਰ ਦੇ ਉੱਤੇ ਜਿਹੜਾ ਆ ਕੰਟੇਨਮੈਂਟ ਜ਼ੋਨ, ਜਿੱਥੇ ਕਿ ਕੋਈ ਵੀ ਸ਼ਹਿਰ ਦਾ ਕੋਈ ਅਗਰ ਇੱਕ ਮੁਹੱਲਾ ਆ, ਕੋਈ ਵੀ ਏਰੀਆ ਹੋਵੇ ਜਿੱਥੋਂ ਪੇਸ਼ੈਂਟ ਨਿਕਲ ਰਹੇ ਨੇ, ਪੇਸ਼ੈਂਟ ਜ਼ਿਆਦਾ ਨੇ, ਉਸ ਏਰੀਆ ਨੂੰ ਕੰਟੇਨਮੈਂਟ ਜ਼ੋਨ ਜਿਹੜਾ ਆ ਉਹ ਬਣਾਇਆ ਜਾਏਗਾ। ਉੱਥੇ ਸਭ ਕੁਝ ਜਿਹੜਾ ਆ ਉਹ ਬੰਦ ਰਹੇਗਾ, ਸਿਰਫ ਐਸੈਂਸ਼ੀਅਲ ਸਰਵਿਸਿਜ਼ ਵੀ ਲਿਮਟਡ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ ਜੀ। ਉਹਦੇ ਵਿੱਚ ਜਿਹੜਾ ਸਰਾਊਂਡਿੰਗ ਏਰੀਆ ਆ ਜਾਂਦਾ, ਹਨਾ, ਉਹਨੂੰ ਇੱਕ ਬਫਰ ਜ਼ੋਨ ਬਣਾ ਦਿੱਤਾ ਗਿਆ ਕਿ ਉੱਥੇ ਥੋੜੀ ਸਰਵਿਸਿਜ਼ ਜ਼ਰੂਰ ਚੱਲ ਸਕਦੀਆਂ, ਲੇਕਿਨ ਉਹਨਾਂ ਉੱਤੇ ਮੈਡੀਕਲ ਦੇ ਨਾਲ ਰਿਲੇਟਡ ਪੂਰੀ ਨਿਗਰਾਨੀ ਜਿਹੜੀ ਆ ਰੱਖੀ ਜਾਏਗੀ ਤੇ ਮੇਨ ਸ਼ਾਪਸ ਜਿਹੜੀਆਂ ਨੇ, ਹਰ ਚੀਜ਼ ਆ ਉੱਥੇ ਉਹ ਬੰਦ ਰਹੇਗੀ। ਉਹ ਕਹਿੰਦੇ ਕਿ ਜਦੋਂ ਸਪੋਜ਼ ਕਰਦੇ ਆ, ਆਪਾਂ ਜਲੰਧਰ ਦੀ ਗੱਲ ਕਰ ਲੈਂਦੇ, ਜਲੰਧਰ ਵੱਡਾ ਸ਼ਹਿਰ ਆ, ਬਿਲਕੁਲ, ਸਪੋਜ਼ ਕਰੋ ਇੱਕ ਖੁੰਝੇ ਦੇ ਵਿੱਚ ਕੰਟੇਨਮੈਂਟ ਜ਼ੋਨ ਆ ਤੇ ਬਾਕੀ ਜਲੰਧਰ ਦੇ ਵਿੱਚ ਉਹ ਕਹਿੰਦੇ ਸਾਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਕਿ ਬਹੁਤ ਦੂਰ ਸਾਡੇ ਤੋਂ ਪੈ ਜਾਂਦਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਿੰਨੀ ਜਗ੍ਹਾ ਪੈ ਜਾਂਦੀ, ਭਾਵੇਂ ਲੁਧਿਆਣੇ ਦੀ ਗੱਲ ਕਰ ਲਈਏ, ਵੱਡੇ ਸ਼ਹਿਰਾਂ ਦੀ ਆਪਾਂ ਗੱਲ ਕਰਦੇ ਹਾਂ, ਤੇ ਉਹ ਜਦੋਂ ਐਡੀ ਦੂਰ ਪੈ ਜਾਂਦਾ ਉੱਥੋਂ, ਤੇ ਫਿਰ ਉਹ ਕਹਿੰਦੇ ਕਿ ਸਿਰਫ ਉਸ ਏਰੀਏ ਨੂੰ ਛੱਡ ਕੇ ਬਾਕੀ ਏਰੀਏ ਨੂੰ ਉਹ ਖੋਲ ਦਿੱਤਾ ਜਾਊਗਾ। ਕਿਉਂਕਿ ਸਾਡੀ ਮੰਗ ਵੀ ਇਹੀ ਸੀ ਨਾ, ਜਿੱਦਾਂ ਗੁਰਾਏ ਵਾਲੀ ਗੱਲ ਕਰ ਰਹੇ ਸੀਗੇ ਕਿ ਜਲੰਧਰ ਦੇ ਵਿੱਚ ਕੇਸ ਨੇ, ਸਾਡੇ ਇੱਥੇ ਕੋਈ ਵੀ ਕੇਸ ਨਹੀਂ ਹੈਗਾ, ਪਰ ਫਿਰ ਵੀ ਜਿਹੜੀ ਸੇਮ ਜਿੱਦਾਂ ਉਹਨਾਂ ਦੇ ਲਈ ਨਿਯਮ ਲਾਗੂ ਨੇ ਉਹੀ ਸਾਡੇ ਲਈ ਜਿਹੜੇ ਲਾਗੂ ਕੀਤੇ ਗਏ ਨੇ। ਥੋੜਾ ਉਹ ਚਿੰਤਾ ਜ਼ਾਹਰ ਕਰ ਰਹੇ ਸੀ ਕਿ ਸਾਨੂੰ ਬਿਨਾਂ ਮਤਲਬ ਤੋਂ ਜਿਹੜਾ ਘਰਾਂ ਦੇ ਵਿੱਚ, ਉਮੀਦ ਕਰਦੇ ਹਾਂ ਕਿ ਅੱਜ ਵੀ ਗੁਰਾਇਆ ਪਰਾ ਫਲੋਰ ਜਿਹੜੀਆਂ ਸਾਨੂੰ ਲੋਕ ਕਾਲ ਕਰਕੇ ਉੱਥੇ ਦੀ ਰਿਪੋਰਟ ਦਿੰਦੇ ਸੀ, ਮੈਨੂੰ ਲੱਗਦਾ ਹੈ ਕਿ ਅੱਜ ਵੀ ਸਾਨੂੰ ਜਿਹੜੀਆਂ ਫੋਨ ਆ ਉੱਥੋਂ ਆਉਣਗੇ ਸਾਡੇ ਦਰਸ਼ਕਾਂ ਦੇ, ਤੇ ਸਾਨੂੰ ਤੁਸੀਂ ਜੇ ਪ੍ਰੋਗਰਾਮ ਦੇਖ ਰਹੇ ਹੋ ਤੇ ਹੋ ਸਕਦਾ ਦੁਕਾਨਾਂ ਵੀ ਖੁੱਲੀਆਂ ਥੋੜੀਆਂ ਬਹੁਤੀਆਂ, ਤੇ ਤੁਸੀਂ ਪ੍ਰੋਗਰਾਮ ਦੇਖ ਕੇ ਨਾਲ ਦੀ ਨਾਲ ਸਾਨੂੰ ਆਪਣਾ ਮੋਬਾਈਲ ਚੱਕ ਕੇ ਫੋਨ ਮਿਲਾਓ 018 24 508 709 380 113,
ਹਨਾ 380 113 ਤੇ ਵੀ ਕਰ ਸਕਦੇ ਆ, 508 709 ਤੇ ਵੀ ਕਰ ਸਕਦੇ ਆ, ਤੇ ਤਾਂ ਕਿ ਅਸੀਂ ਜਿਹੜੀ ਆ ਉੱਥੇ ਦੀ ਰਿਪੋਰਟ ਆ ਉਹ ਠੀਕ ਢੰਗ ਦੇ ਨਾਲ ਉਹ ਲੈ ਸਕੀਏ। ਜੀ ਸਰ, ਜਿਵੇਂ ਗੱਲ ਕੀਤੀ ਜਾ ਰਹੀ ਕਿ ਜਿਹੜੇ ਵਾਹਨ ਚਾਲੂ ਕੀਤੇ ਗਏ ਨੇ, ਕੈਬ ਵਗੈਰਾ ਹਨਾ ਤੇ ਆਟੋ ਵਗੈਰਾ, ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਕਹ ਲਓ ਕਿ ਨਿਯਮ ਲਾਗੂ ਕੀਤੇ ਨੇ, ਜੇਕਰ ਇੱਕ ਆਟੋ ਦੇ ਵਿੱਚ 6 ਤੋਂ 7 ਸਵਾਰੀਆਂ ਬੈਠਦੀਆਂ ਨੇ ਤੇ ਅੱਧੀਆਂ ਸਵਾਰੀਆਂ ਜਿਹੜੀਆਂ ਉਹੀ ਬਿਠਾਈਆਂ ਜਾਂਦੀਆਂ। ਉਹਦੇ ਵਿੱਚ ਸਿਰਫ ਜ਼ਿਆਦਾਤਰ ਜਿਹੜਾ ਆ ਉਹ ਜੇ ਟੈਕਸੀ ਆ 1-1 ਕਰਕੇ, ਯਾਨੀ ਕਿ ਜੇ 3 ਦੀ ਸੀਟਾਂ ਆ 3 ਪਿੱਛੇ ਬੈਠ ਸਕਦੇ, ਸਿਰਫ 2 ਬੰਦੇ ਹੀ ਬੈਠ ਸਕਦੇ ਆ, ਇੱਕ ਬੰਦਾ ਉਹਨਾਂ ਦੇ ਫਰੰਟ ਤੇ ਬੈਠਦਾ। ਪਰ ਜ਼ਿਆਦਾਤਰ ਇਹਦੇ ਹੁੰਦਾ ਜਦੋਂ ਤੁਸੀਂ ਟੈਕਸੀ ਵਗੈਰਾ ਕਰਦੇ ਆ, ਜ਼ਿਆਦਾਤਰ 1 ਜਾਂ 2 ਹੀ ਦੇਖਣ ਨੂੰ ਜਿਹੜੇ ਆਉਂਦੇ, ਜਦੋਂ ਚਲੋ ਜੇ ਕਿਸੇ ਨੇ ਫੁੱਲ ਕਰਕੇ ਵੀ ਜਾਣੀ ਹੋ, ਤੁਸੀਂ ਇਹ ਵੀ ਦੇਖਿਆ ਹੋਣਾ ਕਿ 7 ਸੀਟਰ ਅਗਰ ਟੈਕਸੀ ਕੋਈ ਕਰਦਾ ਤੇ ਵਿੱਚ 12 ਜਣੇ ਬੈਠੇ ਹੁੰਦੇ ਆ, ਜਿਹਦੇ ਖੁੱਡੇ 'ਚ ਕੁੱਕੜ ਬੜੇ ਹੁੰਦੇ ਆ, ਇਦਾਂ ਉਹ ਉੱਥੇ ਦੀ ਜਿਹੜੀ ਆ ਪੋਜੀਸ਼ਨ ਹੁੰਦੀ ਆ। ਤੇ ਇਸ ਕਰਕੇ ਸਖਤੀ ਦਾ ਇਸ ਚੀਜ਼ ਨੂੰ ਜ਼ਰੂਰ ਕੀਤੀ ਜਾਊਗੀ। ਇੱਥੋਂ ਤੱਕ ਕਿ ਟੈਕਸੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਪ੍ਰੋਪਰ ਸੈਨੀਟਾਈਜ਼ ਕਰਨ ਦਾ ਕਿਹਾ ਗਿਆ। ਇਹ ਗੱਲ ਲੱਗ ਗਿਆ ਕਿ ਕਿੰਨਾ ਕੁ ਕਾਨੂੰਨ ਦੀ ਪਾਲਣਾ ਹੁੰਦੀ ਆ ਤੇ ਕਿੰਨੇ ਕੁ ਲੋਕ ਇਸ ਚੀਜ਼ ਨੂੰ ਕਰਦੇ ਆ। ਨਹੀਂ ਅਗਲੇ ਕਹਿੰਦਾ ਜਿੰਨੇ ਕੁ ਬਚਣੇ ਜੀ ਉਹਨੇ ਸਾਡੇ ਸੈਨੀਟਾਈਜ਼ਰ ਤੇ ਲੱਗੀ ਜਾਂਦੇ ਆ। ਉਸ ਕਰਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਜਾ ਕੇ ਉਹ ਕਲੀਅਰ ਹੋਣਗੀਆਂ ਜੀ। ਜਿਵੇਂ ਫਗਵਾੜਾ ਦੇ ਵਿੱਚ ਜਿਹੜੀਆਂ ਛੋਟ ਮਿਲੀਆਂ ਉਹ ਅਸੀਂ ਉਹਨੂੰ ਕਹਿ ਲਓ ਕਿ ਜ਼ਰੂਰਤ ਦੇ ਵਿੱਚ ਅਨੁਸਾਰ ਲੈ ਕੇ ਆ ਗਏ ਆ, ਹਨਾ। ਨਾਲ ਦੀ ਨਾਲ ਜਲੰਧਰ ਦੇ ਵਿੱਚ ਵੀ, ਪਰ ਹਜੇ ਚੰਡੀਗੜ੍ਹ ਦੇ ਵਿੱਚ ਸਿਰਫ ਫੈਸਲਾ ਹੋਇਆ, ਉਹਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਨਿਯਮ ਉਹ ਲਾਗੂ ਨਹੀਂ ਕੀਤੇ। ਉਹ ਜਿਹੜਾ ਫੈਸਲਾ ਆ ਵੀ ਕਿੱਦਾਂ ਕੀ ਹੋਣਾ, ਛੋਟ ਕਿੰਨੀ ਮਿਲਣੀ ਹੈ, ਕਿਹੜੇ ਇਲਾਕਿਆਂ ਨੂੰ ਛੋਟ ਮਿਲਣੀ ਹੈ, ਉਹ ਅੱਜ ਸ਼ਾਮ ਨੂੰ ਪਤਾ ਲੱਗਣਾ। ਜਿਹੜਾ ਮਨਪ੍ਰੀਤ, ਅਗਰ ਆਪਾਂ ਪਹਿਲਾਂ ਇਹ ਗੱਲ ਕਰ ਲਈਏ ਡਿਸਟ੍ਰਿਕਟ ਕਪੂਰਥਲਾ ਤੇ ਡਿਸਟ੍ਰਿਕਟ ਜਲੰਧਰ ਦੀ ਗੱਲ ਕਰ ਲੈਂਦੇ ਹਾਂ। ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਕੱਲ ਲੇਟ ਨਾਈਟ ਡੀਸੀ ਕਪੂਰਥਲਾ ਨੇ ਜਿਹੜੇ ਨੇ ਆਪਣੇ ਆਰਡਰ ਜਾਰੀ ਕੀਤੇ ਆ। ਬਾਕੀ ਆਲਮੋਸਟ ਜਿਹੜਾ ਸੀ ਸੇਮ। ਉਹ ਤੋਂ ਇਲਾਵਾ ਸੈਲੂਨ ਵਗੈਰਾ ਖੋਲ੍ਹਣ ਨੂੰ ਜਿਹੜੀਆਂ ਆ ਜੋ ਹਦਾਇਤਾਂ ਆ ਉਹਨਾਂ ਦੇ ਅਨੁਸਾਰ ਸੈਲੂਨ ਵਗੈਰਾ ਖੋਲ੍ਹਣ ਦੀ ਜਿਹੜੀ ਆ ਪਰਮਿਸ਼ਨ ਦਿੱਤੀ ਗਈ ਆ। ਉਸ ਤੋਂ ਇਲਾਵਾ ਜਿਹੜੀ ਇੱਥੇ ਦੁਕਾਨਾਂ ਨੇ ਉਹੀ ਕੈਟਾਗਰੀ ਵਾਈਜ਼ ਜਿੱਦਾਂ ਅੱਗੇ ਸੀਗੀਆਂ ਉਹ ਉੱਦਾਂ ਹੀ ਖੁੱਲ੍ਹਣਗੀਆਂ। 3 ਦਿਨ ਉਹ ਖੁੱਲ੍ਹਣਗੀਆਂ, 3 ਦਿਨ ਉਹ ਖੁੱਲ੍ਹਣਗੀਆਂ। ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਵਾਲੀਆਂ ਸ਼ਾਪਸ ਨੇ ਉਹ 7 ਦਿਨ ਖੁੱਲ੍ਹਣਗੀਆਂ। ਪ੍ਰਾਈਵੇਟ ਆਫਿਸਿਸ ਖੁੱਲ੍ਹ ਸਕਦੇ ਆ, ਸਰਕਾਰੀ ਆਫਿਸਿਸ ਖੁੱਲ੍ਹ ਸਕਦੇ ਆ। ਇਹ ਜਿਹੜੀਆਂ ਚੀਜ਼ਾਂ ਕੀਤੀਆਂ ਗਈਆਂ ਹੈ। ਲੇਕਿਨ ਜਲੰਧਰ ਦੇ ਵਿੱਚ ਕੋਈ ਵੀ ਜਿਹੜਾ ਆ ਡੀਸੀ ਸਾਹਿਬ ਵੱਲੋਂ ਇੱਦਾਂ ਦਾ ਹਜੇ ਆਰਡਰ ਨਹੀਂ ਸੀ ਦਿੱਤਾ ਗਿਆ। ਤੇ ਅੱਜ ਉੱਥੇ ਪ੍ਰੋਪਰ ਹਰੇਕ ਚੀਜ਼ ਜਿਹੜੀਆਂ ਆ ਜਲੰਧਰ ਜ਼ਿਲ੍ਹੇ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਦੁਕਾਨ ਜਿਹੜੀ ਆ ਉਹ ਖੁੱਲੀ ਆਪਾਂ ਦੇਖ ਸਕਦੇ ਆ ਜੀ। ਤੇ ਸਰ ਜਿੱਦਾਂ ਕਈ ਇਲਾਕੇ ਇਦਾਂ ਦੇ ਸੀਗੇ ਜਿਹੜੇ ਕਿ ਗ੍ਰੀਨ ਜ਼ੋਨ ਦੇ ਵਿੱਚ ਆ ਚੁੱਕੇ ਸੀ, ਪ੍ਰੋਪਰ ਕਹਿ ਲਓ ਕਿ ਉਹ ਕਰੋਨਾ ਤੋਂ ਰਹਿਤ ਹੋ, ਪਰ ਸਾਡੇ ਨਾਲ ਕਾਲਰ ਜੁੜੇ ਨੇ ਜੀ। ਅਸੀਂ ਆਪਣੀ ਗੱਲਬਾਤ ਜਿਹੜੀ ਮੁੜ ਜਾਰੀ ਰੱਖਾਂਗੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ ਜੀ? ਬਤਰਾਓ, ਕੀ ਹਾਲ ਚਾਲ ਹੈ ਜੀ? ਬਸ ਠੀਕ ਹੈ ਜੀ। ਕੌਣ ਬੋਲ ਰਿਹਾ ਜੀ? ਕਿੱਥੋਂ ਬੋਲ ਰਹੇ ਹੋ? ਮੈਂ ਜੀ ਸੋਨੂੰ ਬੋਲਦਾ ਜੀ ਫਗਵਾੜੇ ਤੋਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਆ ਜੀ? ਸਰ ਜੀ, ਮੈਨੂੰ ਇਹ ਨਹੀਂ ਸਮਝ ਲੱਗਦੀ ਜਿੱਦਾਂ ਬਾਈਕ ਤੇ ਜਾਂ ਐਕਟਿਵਾ ਤੇ 2 ਸਵਾਰੀਆਂ ਜਾਂਦੀਆਂ ਤੇ ਉਹਨਾਂ ਦਾ ਚਲਾਨ ਵੀ ਕੱਟੀ ਜਾਂਦੇ ਆ। ਦੇਖੋ ਜਿੱਦਾਂ ਘਰ ਚੋਂ ਕਿਸੇ ਨੇ 2 ਮੈਂਬਰਾਂ ਨੇ ਜਾਣਾ ਜਾਂ ਘਰ ਦੇ 2 ਮੈਂਬਰ ਆ ਜਾਂ ਘਰ ਦੀ ਕੋਈ ਲੇਡੀਜ਼ ਨਾਲ ਜਾਂਦੀ ਆ, ਕੰਮ ਕਈ 2 ਜਣਿਆਂ ਨੂੰ ਜ਼ਰੂਰੀ ਹੁੰਦਾ, ਦੇਖੋ ਉਹਨਾਂ ਦਾ ਵੀ ਚਲਾਨ ਕੱਟਿਆ ਜਾਂਦਾ। ਕੱਲ ਨਾ ਇਹਦੇ ਵਿੱਚ ਕੁਝ ਸੈਂਟਰਲ ਗਵਰਨਮੈਂਟ ਨੇ ਚੇਂਜਸ ਜ਼ਰੂਰ ਕੀਤੀਆਂ ਨੇ ਤੇ ਉਹਨਾਂ ਨੇ ਕਿਹਾ ਕਿ 2 ਵੀਲਰ ਦੇ ਉੱਤੇ 2 ਸਵਾਰੀਆਂ ਅਲਾਓ ਆ। ਲੇਕਿਨ ਉਹਦੇ ਤੋਂ ਅੱਗੇ ਜਿਹੜੀ ਸਥਾਨਕ ਡੀਸੀ ਨੇ ਆਰਡਰ ਕਰਨੇ ਹੁੰਦੇ ਆ, ਇਹਦੇ ਸੰਬੰਧ ਵਿੱਚ ਕੁਝ ਚੇਂਜਸ ਨਹੀਂ ਆਈਆਂ। ਮੈਨੂੰ ਲੱਗਦਾ ਕਿ ਅੱਜ ਔਰ ਕੱਲ ਦੇ ਵਿੱਚ ਵੀ ਕੁਝ ਨਾ ਕੁਝ ਚੇਂਜਸ ਆਉਣਗੀਆਂ। ਲੇਕਿਨ ਹਾਂ, ਇਹ ਗੱਲ ਤੁਹਾਡੀ ਠੀਕ ਆ ਕਿ ਅਗਰ ਇੱਕ ਫੈਮਿਲੀ ਦੇ ਵਿੱਚੋਂ 2 ਬੰਦੇ ਹਸਬੈਂਡ ਵਾਈਫ ਹੀ ਜਾ ਰਹੇ ਆ ਤੇ ਉਹ ਘਰ ਦੇ ਵਿੱਚ ਵੀ ਇਕੱਠੇ ਨੇ ਤੇ ਸਕੂਟਰ ਤੇ ਵੀ ਇਕੱਠੇ ਨੇ, ਹਨਾ। ਦੋ ਜਿਹੜੇ ਨੇ ਉਹ ਬੈਠੇ ਬਗੈਰ ਗੱਲ ਵੀ ਨਹੀਂ ਬਣਦੀ, ਕਿਉਂਕਿ ਕਈ ਵਾਰੀ ਕੋਈ ਆਪਾਂ ਕੁਝ ਸਮਾਨ ਲੈਣ ਜਾਣਾ, ਇੱਕ ਬੰਦੇ ਨੇ ਪਿੱਛੇ ਫੜਨਾ ਆ ਜਾਂ ਕੁਝ ਇਦਾਂ ਦੀ ਹੋਰ ਕੋਈ ਕੰਮ ਕਰਨਾ ਆ, ਤਾਂ ਭਾਵੇਂ ਆਪਣੇ ਕੰਮ ਕਿਸੇ ਨੇ ਰਿਪੇਅਰ ਦਾ ਏਸੀ ਵਾਲੇ ਨੇ, ਹੁਣ ਅਗਰ ਉਹ ਮੋਟਰਸਾਈਕਲ ਤੇ ਇੱਕ ਬੰਦਾ ਬੈਠੇਗਾ ਤਾਂ ਮਗਰ ਕਿੱਟ ਕੌਣ ਫੜੇਗਾ? ਇਹ ਬਹੁਤ ਵੱਡੀ ਪ੍ਰੋਬਲਮ ਆ ਜੀ, ਬਹੁਤ ਪਰੇਸ਼ਾਨ ਹੁੰਦੇ। ਬਿਲਕੁਲ, ਇੱਥੇ ਗਵਰਨਮੈਂਟ ਨੂੰ ਜਿਹੜੇ ਆ, ਇੱਥੇ ਪ੍ਰਸ਼ਾਸਨ ਨੂੰ ਆ ਜਿਹੜੇ ਆਪਣੇ ਫੈਸਲੇ ਆ ਉਹ ਬਦਲਣੇ ਪੈਣਗੇ ਤੇ ਮੈਨੂੰ ਲੱਗਦਾ ਹੈ ਕਿ 2 ਵੀਲਰ ਤੇ 2 ਪਰਸਨ ਹੀ ਅਲਾਉ ਕਰ ਦਿੱਤੇ ਜਾਣਗੇ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਹਾਂਜੀ, ਜਿੱਦਾਂ ਕਿ ਅਸੀਂ ਸਾਰੇ ਜਾਣਦੇ ਕਿ ਅਸੀਂ ਲੋਕਡਾਊਨ 4 ਦੇ ਵਿੱਚ ਪਹੁੰਚ ਚੁੱਕੇ ਹਾਂ। 31 ਮਈ ਤੱਕ ਜਿਹੜਾ ਲੋਕਡਾਊਨ ਉਹ ਜਾਰੀ ਰਹੂਗਾ। ਬੇਸ਼ੱਕ ਸਾਨੂੰ ਬਹੁਤ ਸਾਰੀਆਂ ਛੋਟਸ ਮਿਲ ਗਈਆਂ ਨੇ, ਪਰ ਜਿੱਦਾਂ ਹੁਣ ਇਹਨਾਂ ਨੇ ਗੱਲ ਕੀਤੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਇਹ ਜਿਹੜੀਆਂ ਚੇਂਜਸ ਹੈ ਉਹ ਆ ਜਾਣ, ਕਿਉਂਕਿ ਜਦੋਂ ਜਨਤਾ ਆਵਾਜ਼ ਚੁੱਕਦੀ ਆ ਤਾਂ ਜਿਹੜੇ ਨਿਯਮ ਉਹਨਾਂ ਨੇ ਸਰਕਾਰ ਵੱਲੋਂ ਲਾਗੂ ਕੀਤੇ ਜਾਂਦੇ ਉਹਨਾਂ ਦੇ ਵਿੱਚ ਥੋੜੀ ਬਹੁਤੀ ਤਬਦੀਲੀ ਜਿਹੜੀ ਆ ਉਹ ਹੋ ਜਾਂਦੀ ਹੈ। ਮਨਪ੍ਰੀਤ, ਬਹੁਤ ਜ਼ਿਆਦਾ ਚੇਂਜਸ ਆਉਣਗੀਆਂ ਹਜੇ। ਤੁਸੀਂ ਦੇਖੋ ਕਿ ਜਿਹੜੇ ਜਿਮ ਮਾਲਕ ਸੀਗੇ, ਬਿਲਕੁਲ, ਉਹ ਕਿੰਨਾ ਉਹਨਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ, ਆਪਣੀਆਂ ਲੈਟਰ ਵੀ ਦਿੱਤੀਆਂ ਗਈਆਂ ਕਿ ਸਾਨੂੰ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਜਾਵੇ, ਅਸੀਂ ਤੁਹਾਡੇ
ਲਾਅ ਦੇ ਅਨੁਸਾਰ ਜਿੱਦਾਂ ਤੁਸੀਂ ਕਹਿੰਦੇ ਆ ਅਸੀਂ ਉੱਦਾਂ ਥੋੜ੍ਹੇ ਬੰਦੇ ਅੰਦਰ ਸੱਦ ਕੇ ਸ਼ਿਫਟ ਵਾਈਜ਼ ਜਿਹੜਾ ਅਸੀਂ ਉਹਨਾਂ ਨੂੰ ਸਰਵ ਕਰਵਾ ਸਕਦੇ ਹਾਂ, ਐਕਸਰਸਾਈਜ਼ ਕਰਵਾ ਸਕਦੇ ਹਾਂ। ਫਿਟ ਰਹਿਣ ਲਈ ਉਹ ਜ਼ਿਆਦਾ ਜ਼ਰੂਰੀ ਨੇ, ਜਦੋਂ ਕਿ ਸੈਲੂਨ ਉਹਦੇ ਨਾਲੋਂ ਖਤਰਨਾਕ ਨੇ। ਬਿਲਕੁਲ, ਹਨਾ। ਸੈਲੂਨ ਖੋਲ੍ਹਣ ਦੀ ਪਰਮਿਸ਼ਨ ਮਿਲ ਗਈ, ਜਿਮ ਖੋਲ੍ਹਣ ਦੀ ਨਹੀਂ ਮਿਲੀ। ਫਿਰ ਹਜੇ ਤੱਕ ਇਹ ਕਲੀਅਰ ਨਹੀਂ ਕੀਤਾ ਗਿਆ। ਚਲੋ ਜਿਮ ਇੱਕ ਹੋਰ ਹੋ ਜਾਂਦਾ ਕਿ ਬਹੁਤ ਸਾਰੀਆਂ ਤੁਸੀਂ ਜ਼ਰੂਰੀ ਨਹੀਂ ਕਿ ਜਿਮ ਦੇ ਅੰਦਰ ਐਂਟਰ ਹੋ ਕੇ ਕਈ ਤਰ੍ਹਾਂ ਦੀਆਂ ਸਪੋਰਟਸ ਐਕਟੀਵਿਟੀ ਹੁੰਦੀਆਂ, ਬੈਡਮਿੰਟਨ ਕੋਰਟ ਹੁੰਦਾ ਆ, ਜਾਂ ਕਿਸੇ ਨੇ ਬਾਸਕਟਬਾਲ ਖੇਡਣਾ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਕਰਨੀਆਂ, ਵਾਲੀਬਾਲ ਖੇਡਣਾ ਜਾਂ ਹੋਰ ਕਰਨਾ, ਉਹਨਾਂ ਦੀ ਤਾਂ ਨਾਲ ਪਰਮਿਸ਼ਨ ਜਿਹੜੀ ਆ ਉਹ ਦੇਣੀ ਚਾਹੀਦੀ ਨਾ, ਵੀ ਤੁਸੀਂ ਸਪੋਰਟਸ ਐਕਟੀਵਿਟੀ ਕਰ ਲਓ, ਹੈ ਨਾ। ਬਹੁਤ ਕੁਛ ਜਿਹੜਾ ਆ ਇਹ ਅੱਗੇ ਜਾ ਕੇ ਨਾਲ ਦੀ ਨਾਲ ਹਜੇ ਚੇਂਜ ਹੋਏਗਾ, ਕਿਉਂਕਿ ਹੋਰ ਜਿਹੜੇ ਅੱਜ ਔਰ ਕੱਲ੍ਹ ਦੇ ਵਿੱਚ ਜਿਹੜੇ ਆ ਸਰਕਾਰ ਵੱਲੋਂ ਚੇਂਜਸ ਦੇ ਆਰਡਰ ਜਿਹੜੇ ਆ ਉਹ ਆਉਣਗੇ। ਸਾਡੇ ਕੋਲ ਕਾਲਰ ਜੁੜੇ ਨੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਪ੍ਰਮੋਦ ਕੌਸ਼ਲ ਬੇਨਤੀ ਕਰ ਰਹੇ ਹਾਂ। ਹਾਂਜੀ ਕੌਸ਼ਲ ਜੀ, ਕੀ ਹਾਲ ਚਾਲ? ਠੀਕ ਹੋ? ਬਹੁਤ ਵਧੀਆ ਜੀ ਵਸਾ ਸਾਹਿਬ। ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਡਿਸਟ੍ਰਿਕਟ ਜਲੰਧਰ ਜਿਹੜਾ ਆ ਅੱਜ ਮੈਨੂੰ ਲੱਗਦਾ 55 ਦਿਨ ਦੇ ਲਾਗੇ ਛਾਗੇ ਹੋ ਗਿਆ ਹੋਣਾ ਨਾ ਜੀ। ਬਿਲਕੁਲ ਜੀ, ਬਿਲਕੁਲ ਵਧਾਈਆਂ ਸਾਰੇ ਦੇਸ਼ ਨੂੰ ਹੀ ਹੈ ਜੀ, ਕਿਉਂਕਿ ਸਾਰੇ ਦੇਸ਼ 'ਚ ਹੀ ਅੱਜ ਰਿਲੀਫ ਮਿਲੀ ਹੈ, ਪੰਜਾਬ 'ਚ ਖਾਸ ਤੌਰ ਤੇ, ਔਰ ਖਾਸ ਤੌਰ ਤੇ ਜਲੰਧਰ ਜ਼ਿਲ੍ਹੇ ਵਾਲਿਆਂ ਨੂੰ ਜੀ। ਹਾਂਜੀ, ਬੜੇ ਦਿਨਾਂ ਦੇ ਬਾਅਦ ਅੱਜ ਬਾਜ਼ਾਰ ਜਿਹੜੇ ਆ ਉਹਨਾਂ ਦੀ ਰੌਣਕ ਦੇਖਣ ਨੂੰ ਮਿਲਦੀ ਪਈ ਹੈ, ਔਰ ਬਾਜ਼ਾਰ ਆਮ ਦਿਨਾਂ ਦੇ ਵਾਂਗ ਖੁੱਲੇ ਹੋਏ ਆ। ਹਾਲਾਂਕਿ ਉਸ ਲੈਵਲ ਦੀ ਰੌਣਕ ਤਾਂ ਨਹੀਂ ਹੈਗੀ ਬਾਜ਼ਾਰ ਦੇ ਵਿੱਚ, ਪਰ ਦੁਕਾਨਾਂ ਖੁੱਲੀਆਂ ਦੇਖ ਕੇ ਥੋੜਾ ਵਧੀਆ ਲੱਗ ਰਿਹਾ ਕਿ ਹਾਂ ਚਲੋ ਨਾਲ ਡਰ ਦਾ ਮਾਹੌਲ ਆਪਾਂ ਕਹਿ ਸਕਦੇ ਹਾਂ, ਜਿੱਥੇ ਲੋਕ ਨਿਕਲਦੇ ਨਾਲ ਡਰ ਦਾ ਮਾਹੌਲ ਜਿਹੜਾ ਆ ਪੈਦਾ ਹੁੰਦਾ ਹੈ ਨਾ। ਕੁਛ ਕਿਉਂਕਿ ਇਹ ਦੇਰ ਰਾਤ ਕਿਉਂਕਿ ਫੈਸਲਾ ਆਇਆ, ਇਸ ਲਈ ਹਜੇ ਲੋਕਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਇਸ ਗੱਲ ਨੂੰ ਲੈ ਕੇ ਸ਼ੰਕੇ ਵੀ ਹੈ ਵੀ ਅੱਜ ਬਾਜ਼ਾਰ ਖੁੱਲੇ ਹੋਣਗੇ ਜਾਂ ਨਹੀਂ ਖੁੱਲੇ ਹੋਣਗੇ। ਸੋ ਅੱਜ ਬਾਜ਼ਾਰ ਖੁੱਲ ਗਏ ਆ, ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਜਾਂ ਪਿੰਡ ਨੇ ਉਹਨਾਂ ਦੇ ਵਿੱਚ ਮੈਸੇਜਸ ਲੱਗ ਜਾਣਗੇ। ਸੋ ਲੋਕ ਆਪਣੀ ਖਰੀਦਦਾਰੀ ਜਿਹੜੀ ਹੈ ਉਹ ਰੂਟੀਨ ਦੇ ਵਿੱਚ ਸ਼ੁਰੂ ਕਰ ਲੈਣਗੇ। ਇੱਕ ਦੋ ਦਿਨਾਂ ਵਿੱਚ ਨਾਰਮਲ ਜਿਹੜੇ ਆ ਹਾਲਾਤ ਬਣਨ ਦੀ ਸੰਭਾਵਨਾ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ। ਕਹਿਣ ਦਾ ਮਤਲਬ ਕਿ ਜਿਹੜੇ ਲੋਕ ਇੱਕ ਨਜ਼ਰ ਪ੍ਰੋਗਰਾਮ ਘਰ ਦੇ ਵਿੱਚ ਬੈਠੇ ਦੇਖਦੇ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਤੁਹਾਡੀ ਕਾਲ ਦੇ ਉੱਤੋਂ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਹੜੇ ਆ ਉਹ ਬਾਜ਼ਾਰ ਆ ਉਹ ਖੁੱਲ੍ਹ ਚੁੱਕੇ ਨੇ ਤੇ ਉਹ ਆਪਣੀ ਸ਼ਾਪਿੰਗ ਕਰਨ ਦੇ ਲਈ ਨੇੜੇ ਦੇ ਕਸਬਿਆਂ ਸ਼ਹਿਰਾਂ ਦੇ ਵਿੱਚ ਜਿਹੜਾ ਆ ਉਹ ਆ ਸਕਦੇ ਨੇ। ਬਿਲਕੁਲ ਬਿਲਕੁਲ, ਖਾਸ ਤੌਰ ਤੇ ਜਿੱਦਾਂ ਆਪਣੇ ਕੋਲ ਗੁਰਾਇਆ ਹੋ ਗਿਆ, ਫਲੋਰ ਹੋ ਗਿਆ, ਅਪਰਾ ਹੋ ਗਿਆ, ਹਨਾ ਜੀ, ਨੂਰ ਮਹਿਲ ਹੋ ਗਿਆ, ਏਰੀਆਜ਼ ਜਿਹੜੇ ਨੇ ਇਹ ਖੁੱਲੇ ਨੇ। ਅੱਜ ਸਵੇਰੇ ਹੀ ਡੀਸੀ ਸਾਹਿਬ ਜਿਹੜੇ ਜਲੰਧਰ ਵਾਲੇ ਨੇ ਉਹਨਾਂ ਵੱਲੋਂ ਇਹ ਆਰਡਰ ਵੀ ਜਾਰੀ ਕੀਤੇ ਗਏ ਆ ਵੀ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਸਾਰੇ ਏਰੀਏ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਛੂਟਾਂ ਆ ਉਹ ਕਾਫੀ ਦਿੱਤੀਆਂ ਗਈਆਂ ਆ। ਮੈਂ ਨਵਰੰਗ ਟੀਵੀ ਦੇ ਇਸ ਪ੍ਰੋਗਰਾਮ ਦੇ ਜ਼ਰੀਏ ਥੋੜੀ ਜਿਹੀ ਇਨਫੋਰਮੇਸ਼ਨ ਸਾਂਝੀ ਕਰਨੀ ਚਾਹਾਂਗਾ ਜੇ ਤੁਹਾਡੀ ਇਜਾਜ਼ਤ ਹੋਵੇ। ਪਲੀਜ਼। ਇਹਦੇ ਵਿੱਚ ਕੰਟੇਨਮੈਂਟ ਜ਼ੋਨ ਜਿਹੜੇ ਨੇ ਨਾ ਜੀ, ਪਹਿਲਾਂ ਉਹ ਦੱਸ ਦਿੰਦੇ ਆਪਾਂ ਵੀ ਕੰਟੇਨਮੈਂਟ ਜ਼ੋਨ ਸਿਰਫ ਜਲੰਧਰ ਸ਼ਹਿਰ ਦੇ ਜ਼ਿਆਦੇ ਆ ਜੀ। ਉਹਦੇ ਵਿੱਚ ਜਿੱਦਾਂ ਰਾਜਾ ਗਾਰਡਨ, ਬਸਤੀ ਦਾਨਿਸ਼ਮੰਦਾ, ਸ਼੍ਰੀ ਗੁਰੂ ਰਵਿਦਾਸ ਨਗਰ, ਬਸਤੀ ਦਾਨਿਸ਼ਮੰਦਾ, ਨਿਊ ਰਸੀਲਾ ਨਗਰ, ਬਸਤੀ ਦਾਨਿਸ਼ਮੰਦਾ, ਸ਼ਿਵਾਜੀ ਨਗਰ, ਬਸਤੀ ਦਾਨਿਸ਼ਮੰਦਾ, ਬੇਗਮਪੁਰ ਅਤੇ ਸੁਰਜੀਤ ਨਗਰ, ਬਸਤੀ ਦਾਨਿਸ਼ਮੰਦਾ, ਬਸਤੀ ਸ਼ੇਖ, ਬਸਤੀ ਗੁਜਾ, ਨਿਊ ਗੋਬਿੰਦ ਨਗਰ, ਤੇਜ ਮੋਹਨ ਨਗਰ, ਇਹ ਕੰਟੇਨਮੈਂਟ ਜ਼ੋਨ ਨੰਬਰ 1 ਆ ਜੀ। ਅੱਛਾ ਜੀ। ਕੰਟੇਨਮੈਂਟ 4 ਕੰਟੇਨਮੈਂਟ ਜ਼ੋਨ ਨੇ, ਜਿਹਦੇ ਵਿੱਚ ਕੰਟੇਨਮੈਂਟ ਜ਼ੋਨ ਨੰਬਰ 2 ਜਿਹੜਾ ਹੈ ਜੀ ਉਹ ਕਾਜ਼ੀ ਮਹੱਲਾ, ਕਿਲਾ ਮਹੱਲਾ, ਰਸਤਾ ਮਹੱਲਾ, ਭੈਰੋਂ ਬਾਜ਼ਾਰ ਤੇ ਲਾਲ ਬਾਜ਼ਾਰ। ਕੰਟੇਨਮੈਂਟ ਜ਼ੋਨ ਨੰਬਰ 3 ਦੀ ਜੇ ਗੱਲ ਕਰੀਏ ਤੇ ਜੱਟਪੁਰਾ ਤੇ ਪੁਰਾਣੀ ਸਬਜ਼ੀ ਮੰਡੀ ਹੈ, ਜਦਕਿ ਕੰਟੇਨਮੈਂਟ ਜ਼ੋਨ ਨੰਬਰ 4 ਦੇ ਵਿੱਚ ਬਸੰਤ ਨਗਰ, ਨਿਊ ਗੋਬਿੰਦ ਨਗਰ, ਅਮਨ ਨਗਰ ਇਹ ਨੇ। ਇਸ ਤੋਂ ਇਲਾਵਾ ਬਾਕੀ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਰਿਆਇਤਾਂ ਜਿਹੜੀਆਂ ਆ ਉਹ ਅੱਜ ਦੇ ਦਿੱਤੀਆਂ ਗਈਆਂ ਨੇ। ਰਿਆਇਤਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਹੋਮ ਮਿਨਿਸਟਰੀ ਵੱਲੋਂ ਰਾਤ ਲਿਸਟ ਇੱਕ ਜਾਰੀ ਕੀਤੀ ਗਈ ਹੈ ਉਹਦੇ ਮੁਤਾਬਕ ਹੀ ਰਿਆਇਤਾਂ ਜਿਹੜੀਆਂ ਆ ਉਹ ਦਿੱਤੀਆਂ ਗਈਆਂ, ਜਿਹਦੇ ਵਿੱਚ ਹਵਾਈ ਯਾਤਰਾ ਤੇ ਰੇਲ ਯਾਤਰਾ ਜਿਹੜੀ ਆ ਉਹ ਫਿਲਹਾਲ ਬੰਦ ਰਹੂਗੀ। ਹੋਟਲ, ਰੈਸਟੋਰੈਂਟ ਜਿਹੜੇ ਉੱਥੇ ਬੈਠਣ ਦੀ ਜਿਹੜੀ ਫੈਸਿਲਿਟੀ ਹੈ ਉਹ ਨਹੀਂ ਹੋਊਗੀ। ਟੇਕ ਅਵੇ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਸਾਰੇ ਏਰੀਆਜ਼ ਦੇ ਵਿੱਚ। ਔਰ ਇਸ ਤੋਂ ਇਲਾਵਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੀ OPD ਜਿਹੜੀ ਆ ਉਹ ਸ਼ੁਰੂ ਹੋ ਗਈ ਹੈ। ਲੋਕਾਂ ਦੀ ਜਿਹੜੀ ਆਵਾਜਾਈ ਹੈ ਉਹ ਸਵੇਰੇ 7 ਤੋਂ ਸ਼ਾਮ ਦੇ 7 ਵਜੇ ਤੱਕ ਜਿਹੜੀ ਹੈ ਉਹ ਬੇਰੋਕ ਟੋਕ ਜਿਹੜੀ ਹੈ ਉਹ ਰਹੇਗੀ, ਔਰ ਸ਼ਾਮ 7 ਤੋਂ ਸਵੇਰ ਦੇ 7 ਵਜੇ ਤੱਕ ਜਿਹੜਾ ਆ ਉਹ ਬਿਲਕੁਲ ਉਹ ਰੋਕ ਰਹੂਗੀ, ਆਵਾਜਾਈ ਤੇ ਪਾਬੰਦੀ ਰਹੂਗੀ ਪੂਰੀ ਤਰ੍ਹਾਂ ਦੇ ਨਾਲ। ਇਸ ਤੋਂ ਇਲਾਵਾ ਜਿਹੜੀ 65 ਸਾਲ ਤੋਂ ਉੱਪਰ ਦੇ ਬਜ਼ੁਰਗ ਨੇ, ਪ੍ਰੈਗਨੈਂਟ ਲੇਡੀਜ਼ ਨੇ, ਔਰ 10 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਮੂਵਮੈਂਟ ਜਿਹੜੀ ਆ ਉਹ ਬਿਲਕੁਲ ਬੰਦ ਆ, ਉਹ ਨਹੀਂ ਹੋ ਸਕਦੀ।
ਇਸ ਤੋਂ ਇਲਾਵਾ ਇੰਟਰ ਸਟੇਟ ਜਿੱਦਾਂ ਦੂਜੇ ਰਾਜਾਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਗਾਈਡਲਾਈਨਸ ਦੇ ਮੁਤਾਬਕ ਆ ਸਕਦੇ ਨੇ। ਜੋ ਵੀ ਉਹਦੀਆਂ ਹਦਾਇਤਾਂ ਆ ਉਹਦੇ ਹਦਾਇਤਾਂ ਦੇ ਮੁਤਾਬਕ ਉਹ ਆ ਸਕਦੇ ਨੇ। ਬੱਸਾਂ ਜਿਹੜੀਆਂ ਮਿਊਚੁਅਲ ਕੰਸੈਂਟ ਦੇ ਨਾਲ ਇੰਟਰ ਸਟੇਟ ਜਿਹੜੀਆਂ ਨੇ ਉਹ ਚੱਲਣੀਆਂ ਨੇ। ਟੈਕਸੀਜ਼ ਤੇ ਕੈਬ ਜਿਹੜੀਆਂ ਨੇ ਉਹਨੂੰ ਅਲਾਉ ਕਰਤਾ ਆ। ਰਿਕਸ਼ਾ ਆਟੋ ਰਿਕਸ਼ਾ ਨੂੰ ਅਲਾਉ ਕਰਤਾ ਗਿਆ ਆ। 4 ਵੀਲਰ 2 ਵੀਲਰ ਨੂੰ ਅਲਾਉ ਕਰਤਾ ਗਿਆ ਆ। ਭਾਰ ਢੋਣ ਵਾਲੀਆਂ ਗੱਡੀਆਂ ਨੂੰ ਅਲਾਉ ਕਰਤਾ ਗਿਆ ਆ। ਇਸ ਤੋਂ ਇਲਾਵਾ ਜਿਹੜੀਆਂ ਬਾਰਬਰ ਸ਼ਾਪਸ ਬੜੇ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਸੀ, ਬਾਰਬਰ ਸ਼ਾਪ ਤੇ ਸਲੂਨ ਜਿਹੜੇ ਨੇ ਇਹਨਾਂ ਨੂੰ ਵੀ ਅਲਾਉ ਕਰਤਾ ਹੈ, ਰੂਰਲ ਚ ਵੀ ਅਰਬਨ ਚ ਵੀ। ਇਹ ਮੀਨਸ ਵੱਡੀ ਰਾਹਤ ਵਾਲੀ ਖਬਰ ਹੈ ਕਿ ਜਿਹੜੀਆਂ ਨਾਈ ਦੀਆਂ ਦੁਕਾਨਾਂ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਗਿਆ ਆ। ਨਾਲ ਹੀ ਜਿਹੜੇ ਸੈਲੂਨਸ ਨੇ ਉਹਨਾਂ ਨੂੰ ਅਲਾਉ ਕਰਤਾ ਗਿਆ ਔਰ ਰੂਰਲ ਔਰ ਅਰਬਨ ਏਰੀਆ ਦੇ ਵਿੱਚ ਜਿਹੜੀਆਂ ਦੁਕਾਨਾਂ ਟੋਟਲੀ ਬੰਦ ਸੀ ਉਹਨਾਂ ਨੂੰ ਵੀ ਅਲਾਉ ਕਰਤਾ ਗਿਆ ਆ। ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਬੈਂਕ ਆਲਰੇਡੀ ਚੱਲ ਰਹੇ ਸੀ, ਕੋਰੀਅਰ ਤੇ ਪੋਸਟਲ ਸਰਵਿਸਿਜ਼ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਔਰ ਜਿਹੜੇ ਆਫਿਸ ਵਰਕ ਲਈ ਆਨਲਾਈਨ ਟੀਚਿੰਗ ਤੇ ਕਿਤਾਬਾਂ ਦੀ ਡਿਸਟ੍ਰੀਬਿਊਸ਼ਨ ਲਈ ਐਜੂਕੇਸ਼ਨਲ ਇੰਸਟੀਟਿਊਸ਼ਨਸ ਜਿਹੜੇ ਨੇ ਉਹ ਵੀ ਉਹਨਾਂ ਨੂੰ ਵੀ ਅਲਾਉ ਕੀਤਾ ਗਿਆ ਹੈ ਜੀ। ਠੀਕ ਹੈ ਜੀ। ਔਰ ਪ੍ਰਾਈਵੇਟ ਦਫ਼ਤਰ ਜਿਹੜੇ ਨੇ ਉਹਨਾਂ ਨੂੰ ਅਲਾਉ ਕੀਤਾ ਗਿਆ ਆ। ਸੈਂਟਰ ਗਵਰਨਮੈਂਟ ਦੇ, ਪੰਜਾਬ ਸਰਕਾਰ ਦੇ ਅਦਾਰੇ ਜਿਹੜੇ ਨੇ ਉਹਨਾਂ ਨੂੰ ਵੀ ਅਲਾਉ ਕਰਤਾ ਗਿਆ ਆ। ਸੋ ਬੜੀਆਂ ਵੱਡੀਆਂ ਰਿਆਇਤਾਂ ਜਿਹੜੀਆਂ ਲੋਕ ਕਾਫੀ ਲੰਬੇ ਸਮੇਂ ਤੋਂ ਸੋਚ ਰਹੇ ਸੀ ਉਹ ਜ਼ਿਲ੍ਹੇ ਦੇ ਵਿੱਚ ਅੱਜ ਜਿਹੜੀਆਂ ਆ ਦੇ ਦਿੱਤੀਆਂ ਗਈਆਂ ਨੇ। ਔਰ ਲੋਕ ਜਿਹੜੇ ਨੇ ਇਹਨਾਂ ਰਿਆਇਤਾਂ ਤੋਂ ਬਾਅਦ ਆਪਣੀਆਂ ਜਿਹੜੀਆਂ ਦੁਕਾਨਾਂ ਅੱਜ ਖੋਲ ਕੇ ਬੈਠੇ ਨੇ। ਬਾਜ਼ਾਰਾਂ ਦੀ ਚਹਿਲ ਪਹਿਲ, ਦੁਕਾਨਦਾਰਾਂ ਦੀ ਜਿਹੜੇ ਚਿਹਰਿਆਂ ਦੀ ਰੌਣਕ ਆ ਉਹ ਦੇਖਣ ਨੂੰ ਕਾਫੀ ਵੱਡੇ ਪੱਧਰ ਦੇ ਉੱਤੇ ਇੱਥੇ ਮਿਲ ਰਹੀ ਹੈ। ਮੈਂ ਗੁਰਾਇਆਂ ਦੀ ਗੱਲ ਕਰ ਰਿਹਾ ਕਿਉਂਕਿ ਅਸੀਂ ਇਸ ਟਾਈਮ ਗੁਰਾਇਆਂ ਤੋਂ ਹੀ ਗੱਲ ਕਰ ਰਿਹਾ ਮੈਂ। ਔਰ ਗੁਰਾਇਆਂ ਦੇ ਵਿੱਚ ਇਹ ਜਿਹੜਾ ਮਾਹੌਲ ਆ ਉਹ ਆਪਾਂ ਨੂੰ ਨਹੀਂ, ਇਹ ਜਿੱਦਾਂ ਅਗਰ ਆਪਾਂ ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਜਲੰਧਰ ਦੀ ਗੱਲ ਕਰਦੇ ਹਾਂ ਜੀ, ਜ਼ਿਲ੍ਹਾ ਕਪੂਰਥਲਾ ਦੇ ਵਿੱਚ ਦੇਰ ਰਾਤ ਡੀਸੀ ਮੈਡਮ ਨੇ ਜਿਹੜੇ ਆਰਡਰ ਜਾਰੀ ਕੀਤੇ ਨੇ ਉਸ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ 4 ਕੈਟਾਗਰੀਜ਼ ਦੇ ਵਿੱਚ ਰੱਖਿਆ ਆ। ਜਿਹੜੀਆਂ ਪਹਿਲਾ ਔਰ ਦੂਜੀ ਕੈਟਾਗਰੀ ਦੇ ਵਿੱਚ ਐਸੈਂਸ਼ੀਅਲ ਸਰਵਿਸਿਜ਼ ਵਾਲੀਆਂ ਆ ਜਾਂਦੀਆਂ ਆ, ਹਾਂਜੀ, ਜਿਹੜੀਆਂ ਰੋਜ਼ ਖੁੱਲਣਗੀਆਂ। ਤੇ ਲੇਕਿਨ ਜਿਹੜੀ 3 ਔਰ 4 ਕੈਟਾਗਰੀ ਆ ਉਹਦੇ ਵਿੱਚ ਜਿੱਦਾਂ ਕੱਪੜੇ ਹੋ ਗਏ, ਬੂਟਾਂ ਦੀਆਂ ਹੋ ਗਈਆਂ, ਹਾਰਡਵੇਅਰ ਦੀਆਂ ਹੋ ਗਈਆਂ, ਇਹਨਾਂ ਨੂੰ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਰੱਖ ਕੇ 3-3 ਦਿਨ ਖੁੱਲਣ ਦੀ ਇਜਾਜ਼ਤ ਦਿੱਤੀ ਗਈ ਆ ਜੀ। ਜਿਹੜੀ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਇੱਕ ਕੈਟਾਗਰੀ ਖੁੱਲੇਗੀ ਤੇ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦੂਜੀ ਕੈਟਾਗਰੀ ਖੁੱਲੇਗੀ। ਕੀ ਜਲੰਧਰ ਜ਼ਿਲ੍ਹੇ ਦੇ ਵਿੱਚ ਕੋਈ ਕੈਟਾਗਰੀ ਦੀ ਗੱਲ ਕੀਤੀ ਗਈ ਜਾਂ ਹਰ ਤਰ੍ਹਾਂ ਦੀ ਦੁਕਾਨ ਖੋਲਣ ਦੀ ਪਰਮਿਸ਼ਨ ਦਿੱਤੀ ਗਈ ਹੈ? ਨਹੀਂ, ਇੱਥੇ ਕੈਟਾਗਰੀ ਵਾਈਜ਼ ਨਹੀਂ ਕੋਈ ਵੀ ਗੱਲ ਹੋਈ ਹੈਗੀ। ਇੱਥੇ ਤਾਂ ਜਿਹੜੀ ਗੱਲ ਹੋਈ ਆ ਉਹ ਸਾਰੀਆਂ ਹੀ ਦੁਕਾਨਾਂ ਦੀ ਫਿਲਹਾਲ ਹੋਈ ਆ ਕਿਉਂਕਿ ਇਹਦੇ ਵਿੱਚ ਜੋ ਐਕੂਰੇਟ ਲਿਖਿਆ ਸ਼ਾਪਸ ਇਨ ਰੂਰਲ ਐਂਡ ਅਰਬਨ ਏਰੀਆਜ਼ ਉਹਦੇ ਵਿੱਚ ਸਾਰੀਆਂ ਆ ਗਈਆਂ ਤਾਂ ਹਾਂ ਸਾਰੀਆਂ ਆ ਜਾਂਦੀਆਂ। ਉਹਦੇ ਵਿੱਚ ਇਹ ਆ ਵੀ ਜੇ ਕੋਈ ਰੋਕ ਹੋਵੇ ਜਾਂ ਜੇ ਕੋਈ ਕਿਸੇ ਨੂੰ ਇਦਾਂ ਕੈਟਾਗਰੀ ਵਾਈਜ਼ ਕਰਨਾ ਹੋਵੇ ਤੇ ਉਹ ਇਲਾਕੇ ਦੇ ਜਿਹੜੇ ਐਸਡੀਐਮ ਸਾਹਿਬ ਨੇ ਉਹਨਾਂ ਨੂੰ ਅਧਿਕਾਰ ਵੀ ਨਾਲ ਦਿੱਤੇ ਗਏ ਹੋਏ ਨੇ ਕਿ ਜੇ ਉਹ ਚਾਹਣ ਤੇ ਉਹ ਇਹਨਾਂ ਨੂੰ ਕੈਟਾਗਰੀ ਵਾਈਜ਼ ਜਾਂ ਉਹ ਆਪਣੇ ਏਰੀਏ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਕਰ ਸਕਦੇ ਨੇ। ਬਿਲਕੁਲ ਠੀਕ ਗੱਲ ਹੈ। ਤੇ ਇੱਕ ਹੋਰ ਕਿ ਜਦੋਂ ਆਪਾਂ ਜਲੰਧਰ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਜਾਂ ਡੀਸੀ ਸਾਹਿਬ ਵੱਲੋਂ ਇਦਾਂ ਵੀ ਕੋਈ ਕੀਤਾ ਗਿਆ ਕਿ ਕਿਸੇ ਨੇ ਕਿਤੇ ਜਾਣਾ ਹੋਵੇ ਕਿਸੇ ਪਾਸ ਦੀ ਜ਼ਰੂਰਤ ਤਾਂ ਨਹੀਂ ਹੈ? ਨਹੀਂ, ਪਾਸ ਵਾਲਾ ਤਾਂ ਹੁਣ ਮਸਲਾ ਜਿਹੜਾ ਆ ਉਹ ਫਿਲਹਾਲ ਰਿਹਾ ਹੀ ਨਹੀਂ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਸਾਨੂੰ ਕਾਲ ਆ ਰਹੀਆਂ ਲਾਗੂ ਹੋਈਆਂ ਨੇ। ਕਿਸੇ ਨੇ ਸਪੈਸ਼ਲ ਪਾਸਿਸ ਜਿਹੜੇ ਨੇ ਉਹ ਕੱਲ ਵੀ ਜਿਹੜੀ ਐਮਐਚਏ ਦੀਆਂ ਗਾਈਡਲਾਈਨਸ ਆਈਆਂ ਆ ਉਹਦੇ ਵਿੱਚ ਵੀ ਉਹਨਾਂ ਨੇ ਸੂਬਿਆਂ ਨੂੰ ਇਹੀ ਅਧਿਕਾਰ ਦਿੱਤੇ ਆ ਵੀ ਸੂਬੇ ਇਹ ਫੈਸਲਾ ਕਰਨ ਵੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਨੰਬਰ 2 ਤੇ ਜਦੋਂ ਕਰਫਿਊ ਨਹੀਂ ਹੈਗਾ ਤੇ ਫਿਰ ਕਰਫਿਊ ਪਾਸ ਤਾਂ ਰਹਿਣਾ ਨਹੀਂ, ਜਦ ਕਰਫਿਊ ਹੈ ਨਹੀਂ ਤਾਂ ਫਿਰ ਕਰਫਿਊ ਪਾਸ ਨਹੀਂ ਰਹਿਣਾ। ਲੇਕਿਨ ਜੇ ਕਿਸੇ ਨੇ ਸਪੋਜ਼ ਕਰੋ ਕਿ ਕਿਸੇ ਨੇ ਚੰਡੀਗੜ੍ਹ ਜਾਣਾ ਹੋਵੇ ਜਾਂ ਅੰਬਾਲੇ ਜਾਣਾ ਹੋਵੇ ਕਿ ਉਹਨੂੰ ਵਾਪਸ ਆਉਣ ਦੇ ਉੱਤੇ 14 ਦਿਨ ਦੀ ਕੁਆਰੰਟਾਈਨ ਤਾਂ ਨਹੀਂ ਕੀਤਾ ਜਾਏਗਾ? ਨਹੀਂ, ਉਹ ਜਦੋਂ ਜਾਣਾ ਆ ਜਾਂ ਜਦੋਂ ਆਣਾ ਆ ਉਹ ਤਾਂ ਮੰਨ ਲਓ ਹੁਣ ਪੰਜਾਬ ਦਾ ਕੋਈ ਵਸਨੀਕ ਜਾਂ ਅੰਬਾਲੇ ਰਿਹਾ ਆ ਤੇ ਉਹ ਪਹਿਲਾਂ ਤਾਂ ਹਰਿਆਣੇ ਵਾਲਿਆਂ ਤੇ ਆ ਜਾਣਾ ਵੀ ਉਹਨਾਂ ਨੇ ਵੰਡ ਦੇਣਾ ਕਿ ਨਹੀਂ ਵੰਡ ਦੇਣਾ। ਕਿਉਂਕਿ ਕੱਲ ਵੀ ਉਹਨਾਂ ਨੇ ਜਿੱਦਾਂ ਉੱਥੇ ਵਿਚਾਰੇ ਮਜ਼ਦੂਰ ਕੁੱਟੇ ਆ ਹਰਿਆਣੇ ਵਾਲਿਆਂ ਨੇ ਜਮਨਾ ਨਗਰ ਤੇ ਉਹ ਹਿਸਾਬ ਦੇ ਨਾਲ ਜਾਣ ਜਿਹੜੇ ਜਾਣਾ ਉਹ ਤਾਂ ਵਿਚਾਰੇ ਮਜ਼ਦੂਰਾਂ ਨੂੰ ਕੁੱਟਣ ਡਏ ਆ, ਬਾਕੀਆਂ ਦਾ ਕੀ ਕਰੂਗੇ? ਬਿਲਕੁਲ ਠੀਕ ਹੈ। ਉਹਨਾਂ ਨੇ ਖੇਤਾਂ 'ਚ ਭਜਾ ਕੇ ਮਜ਼ਦੂਰ ਕੁੱਟੇ। ਦੇਖੋ ਕਿੱਡੀ ਉੱਥੇ ਦੀ ਹਰਿਆਣੇ ਵਾਲਿਆਂ ਨੇ, ਪੁਲਿਸ ਨੇ ਹਰਿਆਣੇ ਦੀ ਨੇ ਉਹ ਕਿੱਡਾ ਉਹਨਾਂ ਦਾ ਉਹ ਸੀਗਾ ਅਮਾਨਵੀय ਚਿਹਰਾ ਹੀ ਉਹਨੂੰ ਕਿਹਾ ਜਾ ਸਕਦਾ। ਬਿਲਕੁਲ ਸਹੀ ਗੱਲ। ਤੁਸੀਂ ਗਰੀਬ ਵਿਚਾਰੇ ਰੋਟੀ ਲਈ ਭਟਕਦੇ ਪਏ ਆ ਔਰ ਤੁਸੀਂ ਉਹਨਾਂ ਨੂੰ ਪਿਆਰ ਦੇ ਨਾਲ ਸਮਝਾ ਸਕਦੇ ਹੋ। ਫਿਰ ਉਹਨਾਂ ਨੇ ਜਿਹੜੇ ਹੋਰ ਜਾ ਰਹੇ ਸੀ ਯੂਪੀ ਬਾਰਡਰ ਦੇ ਬਹਾਨੇ ਉਹਨਾਂ ਨੂੰ ਪੰਜਾਬ 'ਚ ਵਾਪਸ ਦੇਖੋ ਪੰਜਾਬ ਤੋਂ ਤੁਰ ਕੇ ਉਹ ਉੱਥੇ ਤੱਕ ਪਹੁੰਚੇ, ਉੱਥੋਂ ਉਹਨਾਂ ਨੂੰ ਬੱਸਾਂ 'ਚ ਲੱਦ ਕੇ ਦੁਬਾਰਾ ਪੰਜਾਬ ਛੱਡ ਦਿੱਤਾ ਗਿਆ। ਦੇਖੋ ਨਾ ਵੀ ਤੁਸੀਂ ਸਹਿਯੋਗ ਦੇਣ ਦੀ ਬਜਾਏ ਤੁਸੀਂ ਇਦਾਂ ਦੀ ਜੇ ਗੱਲ ਕਰਦੇ ਹੋ
ਤੇ ਫਿਰ ਇਸ ਮੁਕਾਬਲੇ ਤੋਂ ਜਿਹੜੇ ਪੰਜਾਬ ਪੁਲਿਸ ਨੂੰ ਮਾੜਾ ਕਹਿੰਦੇ ਆ, ਉਹਨਾਂ ਨੂੰ ਪੰਜਾਬ ਪੁਲਿਸ ਦਾ ਦੂਜਾ ਪੱਖ ਵੀ ਦੇਖਣਾ ਚਾਹੀਦਾ ਨਾ, ਵੀ ਜਿਹੜੀ ਪੰਜਾਬ ਪੁਲਿਸ ਇਹਨਾਂ ਕੋਆਪਰੇਟ ਕਰ ਰਹੀ ਹੈ ਇਹਨਾਂ ਮਜ਼ਦੂਰਾਂ ਨੂੰ, ਇਹਨਾਂ ਨੂੰ, ਰਾਹਗੀਰਾਂ ਨੂੰ, ਆਪ ਲੰਗਰ ਛਕਾ ਰਿਹਾ ਪੰਜਾਬ ਪੁਲਿਸ ਵਾਲੇ। ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ, ਚਲੋ ਧੰਨਵਾਦ ਜੀ ਕਾਲ ਕਰਨ ਲਈ। ਮਿਹਰਬਾਨੀ ਜੀ, ਮਿਹਰਬਾਨੀ ਜੀ। ਦੇਖੋ ਸਾਨੂੰ ਇੱਕ ਨਹੀਂ ਕਲੈਰਿਟੀ ਆਈ ਹੈ ਜਦੋਂ ਆਪਾਂ ਕਹਿੰਦੇ ਸੀ ਕਿ ਉੱਥੋਂ ਕੋਈ ਕਾਲ ਆ ਕੇ ਸਾਨੂੰ ਜਿਹੜੀ ਆ ਉੱਥੇ ਦੀ ਅਸਲੀਅਤ ਜਿਹੜੀ ਆ ਉਹ ਪਤਾ ਲੱਗਣੀ ਚਾਹੀਦੀ ਆ, ਕਿਉਂਕਿ ਅੱਜ ਇਹ ਖੁੱਲ੍ਹਾ ਹਜੇ ਕਈ ਚੀਜ਼ਾਂ ਸਾਡੇ ਕੋਲ ਨਹੀਂ ਪਹੁੰਚੀਆਂ ਹੋਣਗੀਆਂ, ਲੇਕਿਨ ਪ੍ਰਮੋਦ ਕੌਸ਼ਲ ਜੀ ਨੇ ਬਹੁਤ ਡਿਟੇਲ ਦੇ ਵਿੱਚ ਜਿਹੜੀ ਆ ਉੱਥੇ ਦੀ, ਕਿਉਂਕਿ ਇਹ ਡਿਟੇਲ ਸਾਨੂੰ ਤਾਂ ਚਾਹੀਦੀ ਸੀ। ਅਫਵਾਹਾਂ ਵੀ ਜਿਹੜੀਆਂ ਬੜੀ ਜਲਦੀ ਫੈਲਣੀਆਂ ਸ਼ੁਰੂ ਹੋ ਜਾਂਦੀਆਂ, ਇੱਕ ਕੋਈ ਨਿਊਜ਼ ਆਵੇ ਸਹੀ, ਉਹਨੂੰ 2 ਦੀਆਂ 4 ਬਣ ਕੇ ਜਿਹੜੀਆਂ ਉਹ ਬਾਹਰ ਨਿਕਲਦੀਆਂ ਹਨਾ, ਸਾਡੇ ਤੱਕ ਪਹੁੰਚਦੀਆਂ। ਸਰ ਇਸੇ ਤਰ੍ਹਾਂ ਜੇਕਰ ਅਫਵਾਹਾਂ ਦੀ ਗੱਲ ਕਰੀਏ ਨਾ, ਅਹਿਮਦਾਬਾਦ ਦੇ ਵਿੱਚ ਘਰ ਵਾਪਸੀ ਦੇ ਲਈ ਮਜ਼ਦੂਰਾਂ ਨੂੰ ਇਹ ਖਬਰ ਦੇ ਦਿੱਤੀ ਗਈ ਕਿ ਬੱਸਾਂ ਜਾ ਰਹੀਆਂ ਨੇ, ਤੁਸੀਂ ਰੈਡੀ ਹੋ ਕੇ ਕਿਸੇ ਇੱਕ ਜਗ੍ਹਾ ਦਾ ਜਿਹੜਾ ਨਾਮ ਦਿੱਤਾ ਗਿਆ ਨਾ ਵੀ ਉੱਥੇ ਪਹੁੰਚੋ। ਜਦੋਂ ਵਿਚਾਰਿਆਂ ਨੇ ਇੰਨਾ ਜ਼ਿਆਦਾ ਇਕੱਠ ਕਰ ਦਿੱਤਾ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ, ਨਾਲ ਦੀ ਨਾਲ ਹੰਝੂ ਗੈਸ ਦੇ ਜਿਹੜੇ ਗੋਲੇ ਆ ਉਹ ਵੀ ਉਹਨਾਂ ਤੇ ਛੱਡੇ ਗਏ ਨੇ। ਤੁਸੀਂ ਇਹੀ ਦੇਖ ਲਓ ਕਿ ਹੁਣ ਉੱਥੇ ਗਾਜ਼ੀਆਬਾਦ ਦੀਆਂ ਜਿਹੜੀਆਂ ਮੈਂ ਤਸਵੀਰਾਂ ਆ ਉਹ ਦੇਖ ਰਿਹਾ ਸੀ, ਉੱਥੋਂ 3 ਟ੍ਰੇਨਾਂ ਸ਼ਾਇਦ ਚੱਲਣੀਆਂ ਬਿਹਾਰ ਔਰ ਹੋਰ ਏਰੀਏ ਨੂੰ, ਤੇ ਉਹ 'ਚ ਸ਼ਾਇਦ 3600 ਬੰਦੇ ਟੋਟਲ ਜਾਣੇ ਨੇ, ਤੇ ਮੈਨੂੰ ਲੱਗਦਾ 10-15 ਹਜ਼ਾਰ ਬੰਦਾ ਉੱਥੇ ਜਿਹੜਾ ਆ ਮਜ਼ਦੂਰ ਆ ਉੱਥੇ ਪਹੁੰਚਿਆ ਹੋਣਾ। ਉਹੀ ਨਾ, ਮਤਲਬ ਜਿੱਦਾਂ ਹਾਲਾਤ ਜਿਹੜੇ ਨੇ ਬੇਕਾਬੂ ਹੁੰਦੇ ਜਾ ਰਹੇ ਨੇ, ਜਿੰਨੀ ਤੋਂ ਜ਼ਿਆਦਾ ਗਵਰਨਮੈਂਟ ਨੂੰ ਚਾਹੀਦਾ ਜਲਦੀ ਤੋਂ ਜਲਦੀ ਹੋਰ ਟ੍ਰੇਨਾਂ ਚਲਾ ਕੇ ਇਹਨਾਂ ਨੂੰ ਆਪਣੇ ਆਪਣੇ ਘਰ ਪਹੁੰਚਾਇਆ ਜਾ ਸਕੇ, ਨਹੀਂ ਤਾਂ ਕਿਤੇ ਵੀ ਬੇਸ਼ੱਕ ਉਹ ਹਿੰਸਕ ਹੋਵੇ ਕਾਰਵਾਈ ਜਾਂ ਉੱਦਾਂ ਹੋਵੇ, ਕੋਈ ਵੱਡੀ ਘਟਨਾ ਜਿਹੜੀ ਆ ਉਹ ਵਾਪਰਨ ਦਾ ਖਾਦਸ਼ਾ ਹਮੇਸ਼ਾ ਉਹ ਬਣਿਆ ਰਹਿੰਦਾ ਆ। ਤੇ 112 ਮਜ਼ਦੂਰਾਂ ਨੂੰ ਨਾ ਕੁਆਰੰਟਾਈਨ ਕੀਤਾ ਗਿਆ ਅਹਿਮਦਾਬਾਦ ਦੇ ਵਿੱਚ, ਤੇ ਉਹਨਾਂ ਵੱਲੋਂ ਜਿਹੜਾ ਇਹ ਕਿਹਾ ਜਾ ਰਿਹਾ ਕਿ ਸਾਨੂੰ ਨਾ ਤਾਂ ਖਾਣ ਦੇ ਲਈ ਦਿੱਤਾ ਜਾ ਰਿਹਾ ਪ੍ਰੋਪਰ, ਰਾਤ ਨੂੰ ਉਹਨਾਂ ਨੂੰ ਖਾਣ ਦੇ ਲਈ ਨਹੀਂ ਦਿੱਤਾ ਗਿਆ। ਜਦੋਂ ਉਹਨਾਂ ਨੇ ਆਵਾਜ਼ ਚੁੱਕਣ ਦੀ ਗੱਲ ਕੀਤੀ ਤਾਂ ਜਿਹੜੇ ਕੁਆਰੰਟਾਈਨ ਸੈਂਟਰ ਦੇ ਜਿਹੜੇ ਅਧਿਕਾਰੀ ਹੈਗੇ ਨੇ ਉਹ ਉਹਨਾਂ ਨੂੰ ਇਹ ਜਿਹੜਾ ਡਰਾਵਾ ਦੇ ਰਹੇ ਨੇ ਕਿ ਪੁਲਿਸ ਵੱਲੋਂ ਜਿਹੜਾ ਤੁਹਾਨੂੰ ਕਟਾਇਆ ਜਾਣਾ, ਤੁਹਾਨੂੰ ਪਤਾ ਕੀ ਹਾਲਾਤ ਹੋ ਰਹੇ ਨੇ ਮਜ਼ਦੂਰਾਂ ਦੇ ਬਾਹਰ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਮਾੜੀ ਖਬਰ ਆ ਉਹ ਇਹ ਆ ਕਿ ਬਿਹਾਰ ਦੇ ਵਿੱਚ ਤਾਂ ਬਿਹਾਰ 'ਚ ਬਹੁਤ ਘੱਟ ਕਰੋਨਾ ਦਾ ਅਸਰ ਸੀਗਾ, ਤੇ ਉੱਥੇ ਹੁਣ 650 ਤੋਂ ਉੱਪਰ ਸਿਰਫ ਮਜ਼ਦੂਰ ਜੋ ਨੇ ਵਾਪਸ ਗਏ ਨੇ, ਬੰਬੇ ਤੋਂ ਗਏ ਹੋਣ, ਗੁਜਰਾਤ ਤੋਂ ਗਏ ਹੋਣ ਜਾਂ ਹੋਰ ਏਰੀਏ ਤੋਂ ਗਏ ਹੋਣ ਜਿੱਥੇ ਜ਼ਿਆਦਾ ਜ਼ੋਰ ਆ, ਉੱਥੇ 650 ਤੋਂ ਉੱਪਰ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਕਰੋਨਾ ਪੋਜ਼ਿਟਿਵ ਨਿਕਲੇ ਨੇ। ਜਿੱਥੇ ਬਿਹਾਰ ਇਸ ਦੌੜ ਦੇ ਵਿੱਚ ਵੀ ਹੈ ਨਹੀਂ ਸੀ ਕਰੋਨਾ ਦੀ, ਲੇਕਿਨ ਅੱਜ ਕੇਸ ਲੈਵਲ ਤੱਕ ਇੱਕਦਮ ਜਿਹੜਾ ਆ ਉੱਥੇ ਉਹ ਪਹੁੰਚ ਗਿਆ ਜੀ। ਤੇ ਜਿੱਥੇ ਕਰੋਨਾ ਦੇ ਜਿਹੜੇ ਕੇਸ ਉੱਥੇ ਵਧੇ ਨੇ ਆਵਾਜਾਈ ਦੇ ਕਰਕੇ, ਕਹ ਲਓ ਕਿ ਅਸੀਂ ਇੱਧਰੋਂ ਉੱਧਰ ਗਏ ਆ, ਪਤਾ ਨਹੀਂ ਕਿੱਦਾਂ ਲਿੰਕ ਦੇ ਵਿੱਚ ਆਏ ਨੇ, ਉੱਥੇ ਸਰ ਜਿਹੜੀਆਂ ਰੋਜ਼ ਦੀ ਰੋਜ਼ ਖਬਰਾਂ ਇਹ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਘਰਾਂ ਨੂੰ ਵਾਪਸ ਜਾ ਰਹੇ ਨੇ, ਕਿਸੇ ਨਾ ਕਿਸੇ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਰਹੇ ਨੇ। ਇਸੇ ਤਰ੍ਹਾਂ ਜਿਹੜੀ ਯੂਪੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਬੱਸ ਜਿਹੜੀ ਪਲਟ ਗਈ ਹੈ, ਉਹਦੇ ਵਿੱਚ ਅੱਧਾ ਦਰਜਨ ਤੋਂ ਜ਼ਿਆਦਾ ਜਿਹੜੇ ਮਜ਼ਦੂਰ ਆ ਉਹ ਜ਼ਖਮੀ ਹੋ ਗਏ ਨੇ, ਸਿਰਫ ਤੇ ਸਿਰਫ ਡਰਾਈਵਰ ਦੀ ਗਲਤੀ ਕਾਰਨ, ਕਿ ਡਰਾਈਵਰ ਨੂੰ ਨੀਂਦ ਆ ਗਈ, ਬੱਸ ਜਿਹੜੀ ਆ ਉਹ ਡਿਵਾਈਡਰ ਨਾਲ ਜਾ ਟਕਰਾਈ ਤੇ ਬੱਸ ਪਲਟ ਗਈ, ਤੇ ਬਹੁਤ ਜਿਹੜੇ ਮਜ਼ਦੂਰ ਆ ਉਹ ਜ਼ਖਮੀ ਹੋਏ ਨੇ। ਦੇਖੋ ਕਿ ਆਪਣੇ ਘਰਾਂ ਵਿੱਚ ਸੁੱਖੀ ਸੰਦੀ ਸਾਰੇ ਪਹੁੰਚਣੇ ਚਾਹੁੰਦੇ ਨੇ ਕਿ ਤਾਂ ਕਿ ਅਸੀਂ ਜਿਹੜੀ ਆ ਇਸ ਔਖੇ ਟਾਈਮ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਹੋਈਏ ਨਾ, ਤੇ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਬੜਾ ਮਨ ਸਾਡਾ ਵੀ ਦੁਖਦਾ ਆ, ਤੇ ਦੇਖੋ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੇ ਘਰਦਿਆਂ ਦਾ ਕੀ ਹਾਲ ਹੋਊਗਾ। ਉਹੀ ਸਾਡੇ ਕੋਲ ਕਾਲਰ ਜੁੜੇ ਨੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਮੈਂ ਇਹ ਪੁੱਛਣਾ ਸੀਗਾ ਕਿ ਮਤਲਬ ਗ੍ਰਾਆਂ ਦੇ ਵਿੱਚ ਜਿਹੜੇ ਆਈਲੈਟਸ ਇੰਸਟੀਚਿਊਟ ਆ ਉਹ ਕਦੋਂ ਖੁੱਲਣਗੇ? ਹਜੇ ਆਈਲੈਟਸ ਇੰਸਟੀਚਿਊਟ ਜਾਂ ਕੋਈ ਵੀ ਜਿਹੜਾ ਕੋਚਿੰਗ ਇੰਸਟੀਚਿਊਟ ਆ ਉਹਨੂੰ ਖੋਲ੍ਹਣ ਸੰਬੰਧੀ ਕੋਈ ਵੀ ਗਾਈਡਲਾਈਨ ਜਿਹੜੀ ਆ ਸਰਕਾਰ ਵੱਲੋਂ ਨਹੀਂ ਜਾਰੀ ਕੀਤੀ ਗਈ। ਸਕੂਲ ਹੋਏ, ਇੰਸਟੀਚਿਊਟ ਹੋਏ ਜਾਂ ਹੋਰ ਇੱਦਾਂ ਦੇ ਕੋਚਿੰਗ ਸੈਂਟਰ ਹੋਏ, ਇਹ ਸਾਰੇ ਫਿਲਹਾਲ ਅਗਲੇ ਹੁਕਮਾਂ ਤੱਕ ਜਿਹੜੇ ਆ ਉਹ ਬੰਦ ਰਹਿਣਗੇ। ਮੈਨੂੰ ਲੱਗਦਾ ਕਿ ਜਿਹੜਾ ਇਸ ਲੋਕਡਾਊਨ 4 ਆ ਇਹਦੇ ਵਿੱਚ ਇਹ ਨਹੀਂ ਖੁੱਲਦੇ। 31 ਤਰੀਕ ਤੱਕ ਲੋਕਡਾਊਨ 4 ਚੱਲਣਾ, ਉਸ ਤੋਂ ਬਾਅਦ ਹੀ ਜਿਹੜਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾਵੇਗਾ। ਠੀਕ ਹੈ ਜੀ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਤੇ ਇੱਥੇ ਇੱਕ ਹੋਰ ਬੜੀ ਚਰਚਾ ਆਪਸ ਦੇ ਵਿੱਚ ਚੱਲਦੀ ਹੈ ਮਨਪ੍ਰੀਤ, ਕਿ ਅਗਰ ਅਸੀਂ ਕਿਸੇ ਕਰੋਨਾ ਪੇਸ਼ੈਂਟ ਦੇ ਸੰਪਰਕ ਦੇ ਵਿੱਚ ਆਉਂਦੇ ਹਾਂ ਤਾਂ ਕਰੋਨਾ ਸਾਨੂੰ ਜਾਂ ਕਿਸੇ ਵੀ ਬੰਦੇ ਨੂੰ ਕਿੰਨੀ ਦੇਰ ਵਿੱਚ ਫੈਲ ਸਕਦਾ ਹੈ। ਤੇ ਸਾਡੇ ਕੋਲ ਇੱਕ ਵੀਡੀਓ ਆਈ ਆ, ਇੱਕ ਡਾਕਟਰ ਸਾਹਿਬ ਨੇ ਉਹਨਾਂ ਨੇ ਜਿਹੜਾ ਸੰਬੋਧਨ ਕੀਤਾ, ਉਹਨਾਂ ਨੇ ਦੱਸਿਆ ਆ ਕਿ ਕਰੋਨਾ ਦੇ ਜੇ ਕੋਈ ਪੇਸ਼ੈਂਟ ਆ ਉਹਦੀ ਸੰਪਰਕ ਵਿੱਚ ਆਉਣ ਤੇ ਕਿੰਨੀ ਦੇਰ ਬਾਅਦ ਜਿਹੜਾ ਆ ਉਹ ਦੂਜਾ ਬੰਦਾ ਜਿਹੜਾ ਪੋਜ਼ਿਟਿਵ ਹੋ ਜਾਂਦਾ। ਅਗਰ ਤੁਸੀਂ ਉਹਨਾਂ ਦਾ ਕਹਿਣਾ ਸੀ ਕਿ ਅਗਰ ਤੁਸੀਂ ਮਾਰਕੀਟ ਜਾਂਦੇ ਹੋ ਤਾਂ ਤੁਹਾਨੂੰ ਕਿੰਨੀ ਦੇਰ 'ਚ ਵਾਪਸ ਆ ਜਾਣਾ ਚਾਹੀਦਾ। ਅਗਰ ਕੋਈ ਡਾਕਟਰ ਕਿਸੇ ਮਰੀਜ਼ ਨੂੰ ਚੈੱਕ ਕਰ ਰਿਹਾ, ਉਹਨੂੰ ਕਿੰਨੇ ਟਾਈਮ ਉਹਦੇ ਵਿੱਚ ਤੇ ਲਾਉਣਾ ਚਾਹੀਦਾ, ਉਸ ਤੋਂ ਐਕਸਟਰਾ ਟਾਈਮ ਨਹੀਂ ਲਾਉਣਾ। ਬੜੀ ਜਿਹੜੀ ਅੱਛੀਆਂ ਗੱਲਾਂ ਉਹਨਾਂ ਨੇ ਕਹੀਆਂ, ਤੇ ਮੈਂ ਚਾਹੁੰਦਾ ਆ ਕਿ ਸਾਡੇ ਦਰਸ਼ਕਾਂ ਨੂੰ ਉਹ ਡਾਕਟਰ ਸਾਹਿਬ ਦੀ ਜਿਹੜੀ ਵੀਡੀਓ ਆ ਉਹ ਜ਼ਰੂਰ ਦਿਖਾਈ ਜਾਵੇ ਜੀ। नमस्कार, मैं हूं डॉक्टर के अग्रवाल, प्रेसिडेंट हार्ट केयर फाउंडेशन ऑफ इंडिया एंड सिमाओ, पास्ट नेशनल प्रेसिडेंट इंडियन मेडिकल एसोसिएशन एंड एडिटर मेटाक्स।
कितना समय लगेगा मेरे को कोरोना डेवलप होने में अगर मैं एक पॉजिटिव पेशेंट को मिलता हूं तो? कंफ्यूजन है लोगों के मन में, आइए इस कंफ्यूजन को दूर करने की कोशिश करते हैं। अगर किसी एक पेशेंट को टीबी है, फेफड़ों का टीबी है, उसका स्पूटम में AFB पॉजिटिव है और वो मेरे साथ में प्लेन में जर्नी कर रहा है और 4 घंटे के बाद में हमारा प्लेन लैंड कर जाता है, मेरे को टीबी होने के चांसेस बहुत कम हैं अगर वो मेरे साथ में भी बैठा हुआ है तो, क्योंकि टीबी का एक्सपोजर टाइम मेरे को कम से कम 8 घंटे का चाहिए। यानी कि अगर मैं पूरे इंडिया में कहीं भी ट्रैवल कर रहा हूं और उस प्लेन में एक टीबी का मरीज है जिसने मास्क नहीं पहन रखा, तो भी मेरे को टीबी का खतरा नहीं है। इसे बोलते हैं हम कॉन्टैक्ट टाइम। कॉन्टैक्ट टाइम कोरोना के अंदर में 30 मिनट का है, कुछ लोग 10 मिनट का भी बोलते हैं, लेकिन अगर हमारा जो सिमाओ गाइडलाइंस है, कन्फेडरेशन ऑफ मेडिकल एसोसिएशन ऑफ एशिया एंड ओशिनिया, हमारी गाइडलाइंस में ये 30 मिनट्स का है। यानी कि अगर आप किसी भीड़ में जाते हो और किसी से भी 2, 3, 4 मिनट से ज़्यादा नहीं मिलते हो और उसमें अगर कोई कोरोना का पेशेंट पॉजिटिव है तो आपको होने का चांस नहीं है। अगर आपको कोरोना पॉजिटिव है और आप एक 100 लोगों की भीड़ में जाते हो और किसी से भी 2 मिनट से ज़्यादा नहीं मिलते, तो हो सकता है किसी को भी वो इन्फेक्शन ना हो, अनलेस आपने सरफेस पे रख दिया और लोग उस सरफेस को टच करें। हम सिर्फ ड्रॉपलेट टू ड्रॉपलेट, यानी कि वी आर टॉकिंग अबाउट ड्रॉपलेट इन्फेक्शन विच इज ह्यूमन टू ह्यूमन ट्रांसमिशन की बात कर रहे हैं। तो जो कांटेक्ट टाइम है वो 30 मिनट का है। यानी कि अगर मैं एक डॉक्टर हूँ, मैंने आज 100 पेशेंट देखे या मैंने आज 10 पेशेंट देखे, उसमें से एक पेशेंट कोरोना का पेशेंट था, मुझे नहीं पता कौन था, और मैंने किसी को भी आधा घंटे से ज़्यादा एक बारी में समय नहीं दिया, तो मेरे को प्रैक्टिकली इन्फेक्शन होने का खतरा नहीं है, प्रोवाइडेड मैं अपनी नॉर्मल प्रिकॉशंस ले रहा हूँ। सो साइकेट्रिस्ट को अपना काउंसलिंग टाइम आधा घंटे से कम कर देना चाहिए। डॉक्टर सर्जन्स को अगर उनका सर्जिकल टाइम लेस देन 30 मिनट्स है, इट इज़ फाइन। इफ इट इज़ मोर देन 30 मिनट्स तो डेफिनेटली 2 सर्जन्स को मिलकर सर्जरी करनी चाहिए, ताकि कोई भी एक सर्जन को आधा घंटे से ज़्यादा का सर्जिकल टाइम ना हो। अगर आप किसी रेस्टोरेंट में जा रहे हैं तो फिर आप आधा घंटे से कम का समय रखिए। आप पिक्चर हॉल जाएंगे, वो तो पॉसिबल नहीं होगा कि आधा घंटे का होगा, इसलिए पिक्चर हॉल में हमेशा आपका रिस्क रहेगा। अगर मॉल पे घूमने जाएंगे तो रिस्क रहेगा, आपने कुछ खरीदना है, गए खरीदा वापस आ गए तो आपको रिस्क नहीं है। याद रखिए, जो कॉन्टैक्ट टाइम है उसे हम 30 मिनट का बोलते हैं, लेकिन विद प्रिकॉशंस। अगर आप मॉल में, आप बाकायदा मॉल के अंदर में जा रहे हैं, आपने मास्क पहन रखा है, और मास्क पहनने के बाद में अगर आपका कॉन्टैक्ट टाइम वहाँ पे विजिटिंग लाइन लेस देन 30 मिनट्स है और आपने हैंड वॉश की पूरी फैसिलिटी की हुई है, पूरी प्रिकॉशंस ली हुई है, तो आपको इन्फेक्शन नहीं होगा। अब ट्रेन के अंदर में डेफिनेटली आपका इन्फेक्शन रेट ज़्यादा होगा, बिकॉज ट्रेन आधा घंटे में तो नहीं पहुंचाएगी। उस सिचुएशन में आपको 6 फीट का सोशल डिस्टेंसिंग करना बहुत ज़रूरी है, और साथ में आपको ग्लव्स पहन के रहना है और हैंड वॉशिंग करना है। अगर ट्रेन के अंदर में आप बाथरूम में जा रहे हो तो हर चीज़ को क्लीन करो, फिर बाथरूम का इस्तेमाल करो, तो उसमें आपका खतरा मिनिमाइज हो जाएगा, ज़ीरो नहीं होगा। कोरोना नमस्ते। एक बारी मुड़ तो स्वागत है जी प्रोग्राम एक नज़र ਦੇ ਵਿੱਚ ਤੇ ਇਹ ਉਹ ਜਾਣਕਾਰੀ ਹੈ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰੀ ਜਿਹੜੀ ਉਹਦੇ ਬਾਰੇ ਨੌਲੇਜ ਹੈ ਉਹ ਸਾਨੂੰ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਇਹ ਤਾਂ ਜਾਣ ਚੁੱਕੇ ਹਾਂ ਕਿ ਜਿਹੜਾ ਕਰੋਨਾ ਵਾਇਰਸ ਹੈ ਉਹ ਬਹੁਤ ਜਲਦੀ ਦੇ ਨਾਲ ਫੈਲ ਰਿਹਾ, ਪਰ ਸਾਨੂੰ ਇਹ ਨਹੀਂ ਪਤਾ ਕਿ ਕਿਸ ਸਮੇਂ ਕਿੱਦਾਂ ਫੈਲ ਰਿਹਾ ਹੈ ਨਾ। ਡਾਕਟਰ ਸਾਹਿਬ ਵੱਲੋਂ ਜਿਹੜੀ ਬਹੁਤ ਵਧੀਆ ਜਾਣਕਾਰੀ ਆ ਉਹ ਸਾਡੇ ਤੱਕ ਪਹੁੰਚਾਈ ਗਈ ਹੈ। ਸੋ ਉਮੀਦ ਹੈ ਕਿ ਤੁਸੀਂ ਵੀ ਇਹ ਜਿਹੜੀ ਜਾਣਕਾਰੀ ਆ ਉਹਨੂੰ ਫੋਲੋ ਕਰੋਗੇ, ਨਾਲ ਦੀ ਨਾਲ ਧਿਆਨ ਦੇਣ ਯੋਗ ਜਿਹੜੀਆਂ ਗੱਲਾਂ ਸੀ ਉਹਨਾਂ ਤੇ ਤੁਸੀਂ ਅਮਲ ਕਰੋਗੇ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਰ, ਸਾਡੇ ਕੁਐਸਚਨ ਹੈ ਸਰ, ਅਸੀਂ ਟੈਕਸੀ ਵਾਲੇ ਵੀਰ ਬੋਲ ਰਹੇ ਹਾਂ ਫਗਵਾੜਾ ਲੋਕਲ ਤੋਂ। ਸਰ ਮੈਡਮ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਟੈਕਸੀ ਦਾ ਕੰਮ ਕਿੱਦਾਂ ਚਾਲੂ ਹੋ ਗਿਆ ਕਿ ਜੇ ਨਹੀਂ ਹੋਇਆ?
ਟੈਕਸੀ ਦਾ ਕੰਮ ਜਿਹੜਾ ਹੈ ਜੀ ਉਹ ਚਾਲੂ ਹੋ ਚੁੱਕਾ ਆ, ਉਹਨਾਂ ਦੀ ਜਿਹੜੀ ਆ ਪਰਮਿਸ਼ਨਾਂ ਆ ਉਹ ਹੋ ਚੁੱਕੀਆਂ ਨੇ, ਲੇਕਿਨ ਜਿਹੜੀਆਂ ਉਹਦੀਆਂ ਗਾਈਡਲਾਈਨਸ ਨੇ ਉਹ ਤੁਸੀਂ ਇੱਕ ਵਾਰੀ ਡਿਟੇਲ ਦੇ ਵਿੱਚ ਚੈੱਕ ਕਰ ਲਓ। ਬੇਸ਼ੱਕ ਤੁਸੀਂ ਇਸ ਸੰਬੰਧ ਵਿੱਚ ਆਪਣੀ ਯੂਨੀਅਨ ਨੂੰ ਲੈ ਕੇ ਜਿਹੜੇ ਸੰਬੰਧਿਤ ਪ੍ਰਸ਼ਾਸਨ ਆ ਉਹਦੇ ਨਾਲ ਮੀਟਿੰਗ ਕਰਕੇ ਵੀ ਉਹਨਾਂ ਤੋਂ ਗਾਈਡਲਾਈਨਸ ਜਿਹੜੀਆਂ ਨੇ ਉਹ ਲੈ ਸਕਦੇ ਹੋ, ਕਿਉਂਕਿ ਬਹੁਤ ਥਾਂ ਦੇ ਉੱਤੇ ਹੋ ਸਕਦਾ ਹੈ ਕਿ ਅਗਰ ਤੁਸੀਂ ਸਵਾਰੀਆਂ ਵੱਧ ਬਿਠਾਈਆਂ ਹੋਈਆਂ, ਅਗਰ ਫਗਵਾੜੇ ਤੋਂ ਜਾਂ ਆਪਣੇ ਲੋਕਲ ਸਟੇਸ਼ਨ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਪੁਲਿਸ ਰੋਕ ਕੇ ਤੰਗ ਕਰ ਸਕਦੀ ਆ, ਚਲਾਨ ਵੀ ਜਿਹੜੇ ਆ ਉਹਦੇ ਲਈ ਕੱਟੇ ਜਾ ਸਕਦੇ ਨੇ। ਇਸ ਕਰਕੇ ਕਿ ਜਦੋਂ ਤੁਸੀਂ ਸਟੇਟ ਤੋਂ ਬਾਹਰ ਜਾਣਾ ਆ ਤੁਸੀਂ ਇਹ ਚੈੱਕ ਕਰ ਲਓ ਕਿ ਉੱਥੇ ਤੁਹਾਨੂੰ ਜਾਣ ਦੀ ਪਰਮਿਸ਼ਨ ਹੈਗੀ ਆ। ਬਹੁਤ ਥਾਂ ਦੇ ਉੱਤੇ ਜਦੋਂ ਤੁਸੀਂ ਸਪੋਜ਼ ਕਰ ਲਓ ਹਰਿਆਣਾ ਜਾਣਾ ਚਾਹੋ, ਹੋ ਸਕਦਾ ਆ ਬਾਰਡਰ ਤੇ ਤੁਹਾਨੂੰ ਹਰਿਆਣਾ ਪੁਲਿਸ ਹੀ ਐਂਟਰ ਨਾ ਹੋਣ ਦੇਵੇ। ਇੱਦਾਂ ਦੀਆਂ ਪ੍ਰੋਬਲਮ ਜਿਹੜੀਆਂ ਉਹ ਜ਼ਰੂਰ ਆਉਣਗੀਆਂ, ਲੇਕਿਨ ਉੱਦਾਂ ਆ ਪੂਰੇ ਇੰਡੀਆ ਦੇ ਵਿੱਚ ਜਿੱਥੇ ਕਿਤੇ ਵੀ ਕੰਟੇਨਮੈਂਟ ਜ਼ੋਨ ਨਹੀਂ ਹੈਗੇ, ਖਾਸ ਕਰ ਜਿਹੜੇ ਗ੍ਰੀਨ ਜ਼ੋਨ ਨੇ, ਉੱਥੇ ਟੈਕਸੀ ਚਲਾਉਣ ਦੀ ਪੂਰੀ ਤਰੀਕੇ ਨਾਲ ਪਰਮਿਸ਼ਨ ਆ ਉਹ ਮਿਲ ਚੁੱਕੀ ਹੈ। ਠੀਕ ਹੈ ਸਰ। ਸਰ ਸਾਡਾ ਇੱਕ ਕੁਐਸਚਨ ਹੋਰ ਹੈ, ਜਿੱਦਾਂ ਪੰਜਾਬ ਦੇ ਵਿੱਚ ਹੀ ਜਿੱਦਾਂ ਕੋਈ ਆਪਾਂ ਨੂੰ ਨਕੋਦਰ ਦਾ ਜਾਂ ਨੂਰਮਹਿਲ ਦਾ ਕਿਤੇ ਗੇੜਾ ਆਉਂਦਾ ਆ, ਇਹਨਾਂ ਨੇ ਗਾਈਡਲਾਈਨ ਦਿੱਤੀ ਆ ਤੁਸੀਂ 7 ਸੀਟਰ ਦੇ ਵਿੱਚ 2 ਸਵਾਰੀਆਂ ਉਠਾਉਣੀਆਂ, ਪਰ ਫੈਮਿਲੀ ਮੈਂਬਰ ਕਹਿੰਦੇ ਅਸੀਂ 5 ਜਣੇ ਜਾਣਾ, ਉਹਦੀ ਕੀ ਪ੍ਰੋਸੀਜਰ ਸਰ? ਨਹੀਂ, ਉਹਦੇ ਵਿੱਚ 2 ਸਵਾਰੀਆਂ ਨਹੀਂ ਬਿਠਾ ਲੈਣੀਆਂ, ਇੱਕ ਸੀਟ ਕਿੱਦਾਂ ਹੁੰਦੀ ਆ 3 ਸੀਟਾਂ ਵਾਲਾ ਪਿਛਲੀ ਸੀਟ ਆ, ਹਾਂਜੀ, ਉੱਥੇ ਤੁਸੀਂ 2 ਸਵਾਰੀਆਂ 3 ਵਾਲੀ ਦੇ ਵਿੱਚ ਬਿਠਾ ਸਕਦੇ, ਜਿਹੜੇ ਉਹਦੀ ਗਵਲੀ ਸੀਟ ਆ ਉਹ ਖਾਲੀ ਰਹੇਗੀ। ਠੀਕ ਹੈ ਸਰ। ਹਾਂ, ਜੇ ਪਿਛਲੀ ਸੀਟ ਆ ਉੱਥੇ ਤੁਸੀਂ 2 ਬਿਠਾ ਸਕਦੇ ਹੋ, ਮੋਹਰੇ ਇੱਕ ਜਣੇ ਨੂੰ ਬਿਠਾ ਸਕਦੇ ਹੋ। ਟੋਟਲ 3 ਸਵਾਰੀਆਂ ਬੈਠੂਗੀ ਸਰ ਫਿਰ? ਹਾਂ, ਜੇ 7 ਸੀਟਰ ਆ ਤਾਂ 5 ਬੈਠ ਜਾਣਗੀਆਂ ਜੀ। ਓਕੇ ਸਰ, ਠੀਕ ਹੈ। ਇਸ ਕਰਕੇ ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖ ਲਓ। ਫਿਰ ਵੀ ਇੱਕ ਵਾਰੀ ਜਿਹੜਾ ਆ ਤੁਸੀਂ ਜਿਹੜੇ ਜੋ ਗਾਈਡਲਾਈਨਸ ਆਈਆਂ ਆ ਉਹਨਾਂ ਨੂੰ ਤੁਸੀਂ ਨੈੱਟ ਤੋਂ ਵੀ ਪੜ੍ਹ ਸਕਦੇ ਹੋ ਤੇ ਉੱਦਾਂ ਵੀ ਤੁਸੀਂ ਦੇਖ ਸਕਦੇ ਹੋ, ਤੇ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਕਰਕੇ ਤੁਸੀਂ ਉਹਨਾਂ ਤੋਂ ਗਾਈਡਲਾਈਨਸ ਜਿਹੜੀਆਂ ਲੈ ਵੀ ਸਕਦੇ ਹੋ। ਥੈਂਕ ਯੂ ਸਰ। ਠੀਕ ਹੈ ਜੀ, ਧੰਨਵਾਦ ਕਾਲ ਕਰਨ ਲਈ। ਕਿਹਾ ਤਾਂ ਇਹੀ ਜਾ ਰਿਹਾ ਸੀ ਕਿ ਜਿਹੜੀਆਂ ਟੈਕਸੀਆਂ ਵਗੈਰਾ ਉਹ ਚਲੋ ਸ਼ੁਰੂ ਹੋ ਗਈਆਂ ਨੇ, ਪਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਟਰਾਂਸਪੋਰਟ ਵਿਭਾਗ ਵੱਲੋਂ ਨਿਯਮ ਅਜਿਹੇ ਲਾਗੂ ਕੀਤੇ ਗਏ ਜਿਨ੍ਹਾਂ ਨੂੰ ਫੋਲੋ ਕਰਨਾ ਜ਼ਰੂਰੀ ਹੋਊਗਾ, ਹਨਾ, ਤੇ ਉਹ ਕੀ ਨਿਯਮ ਆ ਉਹ ਇਹਨਾਂ ਨੂੰ ਉੱਥੇ ਜਾ ਕੇ ਜਿਹੜਾ ਗੱਲਬਾਤ ਹਾਂ ਉਹ ਇੱਕ ਵਾਰੀ ਇਹ ਹੈ ਕਿ ਪੂਰੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ, ਔਰ ਜਿਹੜੇ ਅਫਸਰ ਨਾਲ ਗੱਲ ਵੀ ਕਰਨਗੇ ਉਹਨੂੰ ਵੀ ਪੂਰਾ ਪਤਾ ਹੋਣਾ ਚਾਹੀਦਾ, ਕਿਤੇ ਉਹ ਕੁਝ ਕਹਿ ਦੇਣ। ਲੇਕਿਨ ਜੇ ਸਪੋਜ਼ ਕਰ ਲਓ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਆ ਤਾਂ ਉੱਥੇ ਉਹਨਾਂ ਦਾ ਰੋਕ ਕੇ ਚਲਾਨ ਕੱਟਤਾ ਜਾਵੇ, ਬੰਦੇ ਨੇ ਉਹਨੇ ਕਮਾਉਣੇ ਨਹੀਂ ਹੁੰਦੇ ਜਿਹਨੇ ਉਹਦੇ ਚਲਾਨ ਦੇ ਵਿੱਚ ਉਹ ਲੱਗ ਜਾਣੇ ਆ। ਜਿੱਦਾਂ ਅਸੀਂ ਪਹਿਲਾਂ ਡਾਕਟਰ ਸਾਹਿਬ ਵਾਲੀ ਵੀਡੀਓ ਦੇਖੀ ਹੈ, ਉਹਦੇ ਵਿੱਚ ਕਿੰਨੀਆਂ ਜਿਹੜੀਆਂ ਗੱਲਾਂ ਵਿਸ਼ੇਸ਼ ਜਾਣਕਾਰੀਆਂ ਸਾਡੇ ਤੱਕ ਪਹੁੰਚੀਆਂ ਨੇ, ਪਰ ਨਾਲ ਦੀ ਨਾਲ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਸੁਣਨ ਨੂੰ ਆਇਆ ਕਿ ਜਦੋਂ ਕੋਈ ਪੇਸ਼ੈਂਟ ਡਾਕਟਰ ਦੇ ਕੋਲ ਜਾਂਦਾ ਆ, ਉਹ ਕਹਿੰਦੇ ਸਾਨੂੰ 200 ਦਾ ਜਿਹੜਾ ਕੱਟਿਆ ਜਾਂਦਾ, 300 ਰੁਪਈਆ ਵੀ ਕੱਟਿਆ ਜਾਂਦਾ, ਪਰ ਡਾਕਟਰ ਵੱਲੋਂ ਇੱਕ ਵਾਰੀ ਵੀ ਮਰੀਜ਼ ਨੂੰ ਹੱਥ ਜਿਹੜਾ ਉਹ ਨਹੀਂ ਲਗਾਇਆ ਜਾਂਦਾ, ਕਿ ਸਾਨੂੰ ਚੈੱਕ ਨਹੀਂ ਕੀਤਾ ਜਾਂਦਾ, ਤਾਂ ਫਿਰ ਇੰਨੀ ਫੀਸ ਕਿਉਂ ਵਸੂਲੀ ਜਾ ਰਹੀ ਹੈ, ਜਾਂ ਤਾਂ ਫਿਰ ਫੀਸ ਵੀ ਜਿਹੜੀ ਉਹ ਘੱਟ ਕੀਤੀ ਜਾਵੇ, ਹਨਾ। ਉਹ ਕਈ ਜਗ੍ਹਾ ਦੇ ਉੱਤੇ ਮੇਰੀ ਕੁਝ ਡਾਕਟਰ ਸਾਹਿਬਾਨ ਦੇ ਨਾਲ ਇਸ ਦੇ ਸੰਬੰਧ ਵਿੱਚ ਗੱਲ ਵੀ ਹੋਈ ਆ। ਉਹ ਕਹਿੰਦੇ ਕਿ ਕਈ ਵਾਰੀ ਪੇਸ਼ੈਂਟ ਜਿਹੜਾ ਆ ਹਲਕੀ ਜਿਹੀ ਕੋਈ ਗੱਲ ਦੇ ਉੱਤੇ ਸਾਡੇ ਕੋਲ ਆ ਜਾਂਦਾ, ਜਦੋਂ ਕਿ ਸਾਨੂੰ ਪਤਾ ਹੁੰਦਾ ਕਿ ਇਹਦੇ ਹੱਥ ਲਾਉਣ ਜਾਂ ਕੁਝ ਕਰਨ ਦੇ ਲਈ ਕੁਝ ਨਹੀਂ ਹੈਗਾ, ਉਹਦਾ ਫਾਇਦਾ ਵੀ ਕੋਈ ਨਹੀਂ ਹੈਗਾ। ਸਿਰਫ ਇਹ ਆ ਕਿ ਹੋ ਸਕਦਾ ਕਿ ਇਹ ਨਹੀਂ ਕਿ ਪੇਸ਼ੈਂਟ ਜਿਹੜਾ ਆ ਉਹ ਅਫੈਕਟਡ ਹੋਵੇ ਕਰੋਨਾ ਨਾਲ, ਜ਼ਰੂਰੀ ਨਹੀਂ। ਇਹ ਵੀ ਤਾਂ ਹੋ ਸਕਦਾ ਪੇਸ਼ੈਂਟ ਠੀਕ ਹੋਵੇ, ਡਾਕਟਰ ਅਫੈਕਟਡ ਹੋਵੇ। ਇੱਕ ਦੂਜੇ ਨੂੰ ਬਚਾਉਣ ਦੇ ਲਈ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਬਈ ਉਹ ਤਾਂ ਇਹ ਕਹਿੰਦੇ ਕਿ ਅਗਰ ਕੋਸ਼ਿਸ਼ ਕਰੋ ਕਿ ਅਗਰ ਜ਼ਰੂਰੀ ਤੁਹਾਨੂੰ ਹੈਗਾ ਆ ਤਾਂ ਹੀ ਡਾਕਟਰਸ ਦੇ ਕੋਲ ਆਓ। ਡਾਕਟਰ ਖੁਦ ਕਹਿ ਰਹੇ ਨੇ ਛੋਟੀ ਛੋਟੀ ਚੀਜ਼ ਦੇ ਲਈ, ਜਿਹੜੀਆਂ ਇੱਕ ਨਾਰਮਲ ਚੀਜ਼ਾਂ ਨੇ ਕਿ ਉੱਦਾਂ ਹੀ ਮਾੜੀ ਜਿਹੀ ਕੂਹਣੀ ਦਿਖੀ, ਮੋਢਾ ਦੁਖਿਆ, ਜਾਂ ਆਪਾਂ 1 ਮਿੰਟ ਵਿੱਚ ਜਿਹੜੇ ਡਾਕਟਰ ਕੋਲ ਚਲੇ ਗਏ, ਇੱਦਾਂ ਨਾ ਜਾਈਏ। ਸਿਰਫ ਜਿਹੜੀਆਂ ਥੋੜੀ ਜਿਹੀ ਅਗਰ ਜ਼ਰੂਰਤ ਆ ਤਾਂ ਹੀ ਜਾਈਏ, ਉੱਥੇ ਡਾਕਟਰਸ ਵੱਲੋਂ ਪੂਰਾ ਚੈੱਕ ਕੀਤਾ ਜਾਂਦਾ। ਲੇਕਿਨ ਜੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇਹ ਉੱਦਾਂ ਹੀ ਆਇਆ ਵੀ ਠੀਕ ਹੈ, ਇਹਨੂੰ ਵੀ ਯਾਰ ਨਾਲੇ ਸ਼ਹਿਰ ਗੇੜੀ ਮਾਰੇ ਨਾਲ ਡਾਕਟਰ ਸਾਹਿਬ ਕੋਲ ਜਾ ਜਾਂਦੇ ਆ, ਤਾਂ ਫਿਰ ਉਹ ਡਾਕਟਰਾਂ ਵੱਲੋਂ ਵੀ ਉਹਨੂੰ ਉੱਦਾਂ ਹੀ ਗੱਲੀ ਬਾਤੀ ਸਾਰ ਕੇ ਉਹਦਾ ਜਿਹੜੀ ਆ ਮੈਡੀਸਨ ਆ ਉਹ ਦੇ ਦਿੱਤੀ ਜਾਂਦੀ ਆ। ਸਰ ਇਹ ਇਦਾਂ ਦਾ ਸਮਾਂ ਕਿ ਇਹਨੇ ਸਾਨੂੰ ਬਹੁਤ ਕੁਝ ਸਿਖਾਇਆ, ਬਹੁਤ ਕੁਝ ਕਹਿ ਲਓ ਕਿ ਥੋੜੇ ਦੇ ਨਾਲ ਵੀ ਸਾਰਨਾ ਜਿਹੜਾ ਸਿਖਾ ਦਿੱਤਾ, ਹੈ ਨਾ। ਮਤਲਬ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਸਾਡੀ ਲਾਈਫ ਦੇ ਵਿੱਚ ਆਈਆਂ, ਡੇਲੀ ਰੂਟੀਨ ਦੇ ਵਿੱਚ ਜਿਹੜੀਆਂ ਆ ਰਹੀਆਂ। ਇੱਕ ਹੋਰ ਚੇਂਜਸ ਦੇਖੋ ਕੀ ਆ ਰਹੀਆਂ ਜੀ, ਖਾਸ ਕਰ ਕੁੜੀਆਂ ਦੇ ਵਿੱਚ, ਮੁੰਡਿਆਂ ਦੇ ਵਿੱਚ ਵੀ ਉਦਾਂ ਦਾ। ਤੁਸੀਂ ਇਹ ਦੇਖਿਓ ਕਿ ਜਿਹੜੇ ਮਾਸਕ ਆ ਉਹ ਅਲੱਗ-ਅਲੱਗ ਕੰਪਨੀ ਦੇ ਆਉਣੇ ਸ਼ੁਰੂ ਹੋਣ ਲੱਗੇ ਆ। ਬਿਲਕੁਲ। ਫਿਰ ਸੂਟ ਨਾਲ ਮੈਚਿੰਗ, ਟਾਈ ਦੇ ਨਾਲ ਮੈਚਿੰਗ, ਜ਼ਿੰਦਗੀ ਦਾ ਇੱਕ ਹਰੇਕ ਚੀਜ਼ ਦੇ ਨਾਲ ਮੈਚਿੰਗ। ਤੁਸੀਂ ਖਾਸ ਕਰ ਨਵਜੋਤ ਸਿੱਧੂ ਉਹਨਾਂ ਨੂੰ ਦੇਖੋਗੇ, ਉਹਨਾਂ ਦੇ ਰੁਮਾਲ ਕਿੰਨੇ ਸੋਹਣੇ ਸੋਹਣੇ ਬੰਨੇ, ਉਹ ਉਹਨਾਂ ਨੇ ਸ਼ੁਰੂ ਕਰ ਦਿੱਤਾ। ਉਹ ਜੋ ਰੁਮਾਲ ਬੰਨਦੇ ਨੇ ਪ੍ਰੋਪਰ ਉਹਨਾਂ ਦੇ ਸੂਟ ਦੇ ਕੁੜਤੇ ਪਜਾਮੇ ਨਾਲ ਜਾਂ ਹਰੇਕ ਚੀਜ਼ ਦੇ ਨਾਲ ਉਹ ਮੈਚਿੰਗ ਜਿਹੜੀ ਆ ਚੱਲਦੀ ਹੁੰਦੀ ਆ। ਤੇ ਇਸ ਕਰਕੇ ਇਹ ਵੀ ਇੱਕ ਚੇਂਜਸ ਜਿਹੜੀਆਂ ਨੇ ਉਹ ਸਾਡੀ ਲਾਈਫ ਦੇ ਵਿੱਚ ਉਹ ਆ ਰਹੀਆਂ ਨੇ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਫਗਵਾੜਾ ਤੋਂ ਬੋਲ ਰਹੀ ਹਾਂ, ਆਪੋਜ਼ਿਟ ਬੱਸਾ ਪੈਲਸ। ਹਾਂਜੀ ਜੀ।
ਹਾਂਜੀ ਮੈਂ ਇਹ ਗੱਲ ਕਰਨਾ ਚਾਹੁੰਦੀ ਹਾਂ ਜਸਟ ਜਿੱਦਾਂ ਹੁਣ ਇਹਨਾਂ ਨੇ ਖੋਲ ਦਿੱਤਾ ਸਭ ਕੁਝ ਬਹੁਤ ਅੱਛਾ ਲੱਗਦਾ ਹੈ ਸਭ ਕੁਝ ਠੀਕ ਵਾ ਬਟ ਮੈਂ ਇਹ ਕਹਿ ਰਹੀ ਜਿੱਦਾਂ ਹੁਣ ਆਪਾਂ ਇੱਕ ਦੂਸਰੇ ਦੇ ਲੋਕ ਸਾਡੇ ਘਰਾਂ ਚ ਆਉਣਗੇ ਜਾਂ ਅਸੀਂ ਜਾਵਾਂਗੇ ਇਹ ਕਿਸ ਤਰ੍ਹਾਂ ਹੋਊਗਾ ਅਸੀਂ ਕਿੱਦਾਂ ਮਤਲਬ ਡੀਲ ਕਰ ਸਕਦੇ ਮੈਨੂੰ ਇਹ ਸੋਚ ਆ ਰਹੀ ਆਪਣੀ ਘਰਾਂ ਦੇ ਵਿੱਚ ਜਾਣ ਦੀ ਜੀ ਹਾਂਜੀ ਹਾਂਜੀ ਜਿੱਦਾਂ ਹੁਣ ਸਾਡੇ ਘਰ ਕੋਈ ਗੈਸਟ ਆ ਜਾਣ ਤਾਂ ਅਸੀਂ ਕੀ ਕਹਾਂਗੇ ਉਹਨਾਂ ਨੂੰ ਦੇਖੋ ਪਹਿਲੇ ਨੰਬਰ ਦੇ ਤਾਂ ਇਹ ਆ ਕਿ ਦੇਖੋ ਤੁਸੀਂ ਆਪ ਕਿਸੇ ਦੇ ਨਾ ਜਾਓ ਪਹਿਲਾਂ ਤਾਂ ਹਾਂ ਦੈਟ ਆਲਰਾਈਟ ਮੈਂ ਤਾਂ ਨਹੀਂ ਜਾਊਂਗੀ ਠੀਕ ਹੈ ਤੁਸੀਂ ਆਪ ਨਾ ਜਾਓ ਤੇ ਤੁਸੀਂ ਬੇਸ਼ੱਕ ਆਪਣੀ ਫੈਮਿਲੀ ਦੇ ਵਿੱਚ ਰਿਸ਼ਤੇਦਾਰਾਂ 'ਚ ਕਹਿ ਵੀ ਸਕਦੇ ਹੋ ਕਿ ਬਈ ਅਗਰ ਕਿਸੇ ਨੇ ਸਾਡੇ ਗੈਸਟ ਆਉਣਾ ਸਾਡੇ ਨਾਲ ਗੱਲ ਕਰਕੇ ਆਓ ਲੇਕਿਨ ਇਹਦੇ ਵਿੱਚ ਗੁੱਸਾ ਜ਼ਰੂਰ ਕੀਤਾ ਜਾਏਗਾ ਕਿਉਂਕਿ ਅਗਰ ਆਪਾਂ ਫੋਰਨ ਦੀ ਗੱਲ ਕਰਦੇ ਹਾਂ ਉੱਥੇ ਇਹ ਚੀਜ਼ ਆਮ ਆ ਕਿ ਵਿਦਆਊਟ ਕਾਲ ਕੀਤੇ ਕੋਈ ਕਿਸੇ ਦੇ ਨਹੀਂ ਜਾਂਦਾ ਲੇਕਿਨ ਜੇ ਆਪਾਂ ਇੱਥੇ ਕਹਿ ਦੇਵਾਂਗੇ ਗੁੱਸਾ ਜ਼ਰੂਰ ਕਰਨਗੇ ਲੇਕਿਨ ਹਰ ਇਨਸਾਨ ਨੂੰ ਇਹਨਾਂ ਦਿਨਾਂ ਦੇ ਵਿੱਚ ਆਪ ਚਾਹੀਦਾ ਆ ਵਿਦਆਊਟ ਜ਼ਰੂਰਤ ਤੋਂ ਐਵੇਂ ਖਾਮ ਮਿਲਣ ਦੇ ਲਈ ਇੱਕ ਦੂਜੇ ਦੇ ਨਾ ਜਾਓ ਜੇ ਤੁਸੀਂ ਮਿਲਣਾ ਚਾਹੁੰਦੇ ਆ ਅੱਜ ਦੀ ਤਰੀਕ ਵਿੱਚ ਨੈਟ ਤੇਜ਼ ਆ ਨੈਟ ਪਲੱਸ ਦਾ ਨੈਟ ਲਵਾ ਲਓ ਅਗਰ ਫੋਨ ਦਾ ਸਹੀ ਨਹੀਂ ਚੱਲਦਾ ਤਾਂ ਤੁਸੀਂ ਵੀਡੀਓ ਕਾਲ ਕਰਕੇ ਵੀ ਅਗਲੇ ਨੂੰ ਮਿਲ ਸਕਦੇ ਆ ਹਾਂਜੀ ਇਦਾਂ ਤਾਂ ਅਸੀਂ ਮਿਲਦੇ ਹੀ ਆ ਮਤਲਬ ਜਿਹੜਾ ਹੁਣ ਕਹਿਤਾ ਨਾ ਖੋਲ ਦਿੱਤਾ ਇਹ ਹੈ ਉਹ ਪਰ ਇਸ ਤਰ੍ਹਾਂ ਕਰਦੇ ਮੈਂ ਤਾਂ ਕਹਿ ਦਿੰਦੀ ਆ ਪਰ ਬੱਚੇ ਕਹਿੰਦੇ ਮੰਮੀ ਤਾਂ ਜ਼ਿਆਦਾ ਬੋਲਦੀ ਹੈ ਤਾਂ ਮੈਂ ਉਹਦੇ ਨਾਲ ਇਹ ਪਰੇਸ਼ਾਨੀਆਂ ਤਾਂ ਜ਼ਰੂਰ ਆਉਣਗੀਆਂ ਲੇਕਿਨ ਜੇ ਤੁਸੀਂ ਕੋਈ ਵੀ ਬੰਦਾ ਆਪਣੇ ਆਪ ਨੂੰ ਸਮਝਾਉਂਦਾ ਆ ਕਿ ਬਈ ਅਸੀਂ ਕਿਤੇ ਨਹੀਂ ਜਾਣਾ ਤਾਂ ਇਦਾਂ ਹੀ ਬਾਕੀਆਂ ਨੂੰ ਵੀ ਦੇਖਣਾ ਚਾਹੀਦਾ ਜਿੱਥੇ ਕੋਈ ਜ਼ਰੂਰੀ ਆ ਐਮਰਜੈਂਸੀ ਆ ਸਿਰਫ ਉੱਥੇ ਜਾਓ ਗਵਰਨਮੈਂਟ ਵੀ ਇਹੀ ਕਹਿ ਰਹੀ ਆ ਕਿ ਤੁਸੀਂ ਐਵੇਂ ਆਵਾਗੁਣ ਨਾ ਲੋਕਾਂ ਦੇ ਤੁਰੇ ਰਹੋ ਐਵੇਂ ਆਵਾਗੁਣੀ ਉਦਾਂ ਹੀ ਚੱਲ ਜਾਈਏ ਚਲੋ ਆਜੋ ਨਾਲੇ ਘੁੰਮੇ ਉਹਨੇ ਗੇੜੀ ਮਾਰੇ ਉਹਨੇ ਆ ਹਾਂ ਇਹ ਅੱਛਾ ਨਹੀਂ ਲੱਗਦਾ ਹੈ ਨਾ ਹਾਂਜੀ ਹਾਂਜੀ ਅੱਛਾ ਇੱਕ ਕਨਵੈਂਸ ਕਹਿੰਦੇ ਜੀ 2 ਵੀਲਰ ਫਲਾਨਾ ਟਮਕਾਨਾ ਇਹ ਤਾਂ ਇਦਾਂ ਕਰਕੇ ਲੋਕਾਂ ਨੇ ਤਾਂ ਨੱਠ ਜਾਣਾ ਇੱਕ ਦੂਜੇ ਦੇ ਘਰ ਫਟਾਫਟ ਮੈਡਮ ਹੁਣ ਇਹਨਾਂ ਗੱਲਾਂ ਤੋਂ ਸਾਨੂੰ ਡਰ ਲੱਗਦਾ ਜਿਹੜੇ ਘਰ ਰਹਿ ਰਹੇ ਆਪਾਂ ਹੁਣ ਲੇਡੀਜ਼ ਦੇ ਵਿੱਚ ਜਿਹੜੀ ਆ ਇੱਕ ਖਾਸ ਗੱਲ ਆ ਜਾਂਦੀ ਆ ਚਲੋ ਆਉਣੀ ਵੀ ਚਾਹੀਦੀ ਆ ਜੇ ਉਹ ਮਾਂ ਨੂੰ ਨਾ ਮਿਲੇ ਉਹ ਕਹਿੰਦੀ ਮੈਨੂੰ ਪੇਕਿਆਂ ਦੀ ਘਾੜ ਹੋ ਗਈ ਮੇਰੇ ਬਲੱਡ ਦੇ ਵਿੱਚ ਹਨਾ ਤੇ ਪੇਕੇ ਖੁੱਲ ਗਏ ਤਾਂ ਪੇਕੇ ਵੀ ਖੁੱਲਣੇ ਚਾਹੀਦੇ ਪੇਕੇ ਖੁੱਲ ਗਏ ਮੇਰੇ ਪੇਕੇ ਵੀ ਖੁੱਲਣੇ ਚਾਹੀਦੇ ਮੇਰੇ ਪੇਕਿਆਂ ਦੀ ਘਾੜ ਚੱਲਦੀ ਪਈ ਆ ਮੇਰੇ ਬਲੱਡ ਦੇ ਵਿੱਚ ਪੇਕਿਆਂ ਦੇ ਨਾਲ ਪੇਕਿਆਂ ਦੇ ਸਹੁਰਿਆਂ ਦੇ ਵੀ ਤਾਂ ਆਉਣੇ ਹੀ ਆ ਨਾਲ ਹੀ ਆਉਣੇ ਹਾਂਜੀ 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 ਇਸ ਕਰਕੇ ਕੁੜੀ ਆਏਗੀ ਕੁੜੀ ਦੇ ਸਹੁਰਿਆਂ ਦੇ ਵੀ ਤਾਂ ਨਾਲ ਹੀ ਆਊਗਾ ਫਿਰ ਆਂਟੀ ਜੀ ਜਿੱਦਾਂ ਤੁਸੀਂ ਗੱਲ ਕਰ ਰਹੇ ਕਿ ਬੱਚੇ ਨਹੀਂ ਤੁਹਾਡਾ ਸਹਿਯੋਗ ਦੇ ਰਹੇ ਉਹ ਕਹਿ ਰਹੇ ਕਿ ਤੁਸੀਂ ਬਿਨਾਂ ਮਤਲਬ ਤੋਂ ਬੋਲ ਰਹੇ ਆ ਜਦੋਂ ਕੋਈ ਘਰ ਤੁਹਾਨੂੰ ਲੱਗਦਾ ਕਿ ਨਾ ਕੋਈ ਏਦਾਂ ਬਾਹਰੋਂ ਕੋਈ ਐਂਟਰ ਹੋਇਆ ਤੁਸੀਂ ਆਪਣੇ ਰੂਮ 'ਚ ਕੁੰਡੀ ਲਾ ਕੇ ਆਰਾਮ ਨਾਲ ਬੈਠ ਜਾਓ ਉਹਨਾਂ ਨੂੰ ਡੋਰ ਟੂ ਡੋਰ ਹੀ ਗੱਲ ਕਰੋ ਆਕੜ ਬਹੁਤ ਆ ਕੋਈ ਗੱਲ ਨਹੀਂ ਤੁਸੀਂ ਕਹੋ ਕਿ ਮੈਂ ਆਪਣੀ ਜ਼ਿਆਦਾ ਦੇਖਣਾ ਨਾ ਆਪਣਾ ਇੱਥੇ ਆਪਾਂ ਨੂੰ ਸਮਝਾਉਣਾ ਮੁਸ਼ਕਲ ਹੋ ਜਾਂਦਾ ਉਹਨਾਂ ਨੇ ਕਹਿਣਾ ਬਹੁਤ ਔਖਾ ਹੈ ਜੀ ਬਹੁਤ ਔਖਾ ਮੇਰੀ ਤਾਂ ਸੋਚ ਪਈ ਹੋਈ ਆ ਮੈਨੂੰ ਤਾਂ ਟੈਨਸ਼ਨ ਹੋ ਰਹੀ ਹੈ ਇਹਨਾਂ ਗੱਲਾਂ ਦੀ ਤੁਸੀਂ ਗੱਲ ਹੋਰ ਦੇਖਿਓ ਹਜੇ ਇੱਕ ਹੋਰ ਗੱਲ ਦੇਖਿਓ ਰਿਸ਼ਤੇਦਾਰ ਤਾਂ ਸ਼ਾਇਦ ਦੂਜੇ ਸ਼ਹਿਰ ਤੋਂ ਆਉਣਗੇ ਜਾਂ ਦੂਰੋਂ ਆਉਣਗੇ ਆਂਢ ਗਵਾਂਢ ਜਿਹੜਾ ਆ ਤੁਹਾਨੂੰ ਆਵਾਜ਼ਾਂ ਪੈਣ ਲੱਗ ਜਾਣੀਆਂ ਹੈ ਫਲਾਨੀਆਂ ਘਰੇ ਹੀ ਆ ਮੈਂ ਕਿਹਾ ਕਈ ਦਿਨ ਹੋ ਗਏ ਮਿਲੇ ਨਹੀਂ ਮੈਂ ਜਾਈ ਆਵਾਂ ਨਹੀਂ ਆਂਢ ਗੁਆਂਢ ਤਾਂ ਮੈਂ ਕਿਹਾ ਮੈਂ ਨਹੀਂ ਨਿਕਲਦੀ ਤੁਸੀਂ ਨਿਕਲਣਾ ਨਿਕਲੋ ਮੈਂ ਨਹੀਂ ਨਿਕਲਦੀ ਹਾਂ ਬਸ ਪਰ ਬਸ ਇਹਦੇ ਚ ਇਹੀ ਹੈ ਜੇਕਰ ਤੁਹਾਨੂੰ ਐਮਰਜੈਂਸੀ ਕਿਸੇ ਨਾਲ ਮਿਲਣਾ ਪੈ ਰਿਹਾ ਤੁਸੀਂ ਉਹਨੂੰ ਹੱਥ ਨਹੀਂ ਮਿਲਾਉਣਾ ਗਲੇ ਨਹੀਂ ਲਗਾਉਣਾ ਕੋਸ਼ਿਸ਼ ਕਰਨੀ ਹੈ ਕਿ ਉਹ ਤੋਂ ਦੂਰੀ ਬਣਾ ਕੇ ਰੱਖੀਏ ਮਾਸਕ ਪਾ ਕੇ ਰੱਖੀਏ ਕੋਸ਼ਿਸ਼ ਕਰੋ ਕਿ ਜਿਹੜਾ ਹੈ ਸੋਫੇ ਉਦੋਂ ਯੂਜ਼ ਨਾ ਕਰੋ ਪਲਾਸਟਿਕ ਦੀਆਂ ਚੇਅਰਸ ਦੇ ਉੱਤੇ ਬਹਿ ਜਾਓ ਆਪਣੇ ਡਸਟਰ ਦੇ ਵਿੱਚ ਪਈਆਂ ਹੋਣ ਉੱਥੇ ਆ ਕੇ ਜੇ ਅਗਰ ਬੈਠ ਕੇ ਅਗਲਾ ਮਿਲ ਕੇ ਚੱਲ ਜਾਂਦਾ ਤਾਂ ਉਸ ਚੇਅਰ ਨੂੰ ਬਾਅਦ ਵਿੱਚ ਸੈਨੀਟਾਈਜ਼ ਜਿਹੜਾ ਆ ਉਹ ਕਰ ਲਿਆ ਜਾਵੇ ਉਹੀ ਆ ਨਾ ਇਹੀ ਤਾਂ ਗੱਲਾਂ ਆ ਲੋਕਾਂ ਨੇ ਹਟਣਾ ਨਹੀਂ ਲੋਕਾਂ ਨੇ ਹਟਣਾ ਨਹੀਂ ਭਾਜੀ ਮੇਰੀ ਗੱਲ ਸੁਣੋ ਮੈਂ ਆਪਣੇ ਆਪ ਨੂੰ ਸੇਫ ਕਰ ਲਵਾਂਗੀ ਮੈਂ ਇਹ ਸਭ ਗੱਲਾਂ ਨੂੰ ਮੰਨ ਲਵਾਂਗੀ ਬਾਕੀ ਸਾਰੀ ਦੁਨੀਆ ਨੇ ਨਹੀਂ ਮੰਨਣਾ ਤੁਸੀਂ ਸਹੀ ਕਹਿ ਰਹੇ ਹੋ ਵੈਸੇ ਇਹ ਚੱਲਦਾ ਹੀ ਆ ਰਿਹਾ ਤੇ ਇਦਾਂ ਦਾ ਹੀ ਚੱਲਣਾ ਹੈਗਾ ਪਰ ਅਸੀਂ ਆਪਣੇ ਆਪ ਤੇ ਕੰਟਰੋਲ ਆਪ ਹੀ ਰੱਖਣਾ ਵਾਹਿਗੁਰੂ ਅੱਗੇ ਮੈਂ ਤਾਂ ਅਰਦਾਸ ਕਰਦੀ ਆ ਵੀ ਵਾਹਿਗੁਰੂ ਖੁਸ਼ੀਆਂ ਸਭ ਨੂੰ ਦੇਵੇ ਠੀਕ ਆ ਪਹਿਲੇ 2 ਮਹੀਨੇ ਹੋ ਗਏ ਜੀ ਅਸੀਂ ਇਹ ਸਭ ਕੁਝ ਕੱਟ ਰਹੇ ਆ ਆਪਣੇ ਦੁੱਖ ਲਈ ਕੱਟ ਰਹੇ ਆ ਜਾਂ ਆਪਣੇ ਲਈ ਕੱਟ ਰਹੇ ਆ ਆਪਾਂ ਨੂੰ ਲੱਗਦਾ ਕਿ ਸਾਰੀ ਕੀਤੀ ਮਿਹਨਤ ਦੇ ਉੱਤੇ ਪਾਣੀ ਨਾ ਫਿਰ ਜਾਏ ਕਿ ਬਸ ਰੱਬ ਭਲਾ ਕਰੇ ਤੁਸੀਂ ਕਿਹੜੀ ਗੱਲ ਸਮਝ ਚੁੱਕੇ ਹਾਂਜੀ ਹਾਂਜੀ ਜੀ ਬਿਲਕੁਲ ਇਸ ਗੱਲ ਤੋਂ ਬਸ ਮੈਨੂੰ ਆਇਆ ਤੇ ਠੀਕ ਹੈ ਜੀ ਅਸੀਂ ਆਪਣੇ ਵੱਲੋਂ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਮੈਂ ਹੱਥ ਜੋੜ ਕੇ ਕਰ ਦਿੰਨੀ ਆ ਮੈਂ ਕਰ ਦਿੰਨੀ ਆ ਤੁਹਾਡੇ ਵੱਲੋਂ ਵੀ ਅਪੀਲ ਕਰਦੇ ਆ ਕਿ ਵਿਦਆਊਟ ਕਿਸੇ ਕਾਰਨ ਤੋਂ ਬਹੁਤ ਜ਼ਿਆਦਾ ਐਮਰਜੈਂਸੀ ਤੋਂ ਬਗੈਰ ਨਾ ਕਿਸੇ ਦੇ ਪ੍ਰਾਹੁਣੇ ਬਣ ਕੇ ਜਾਓ ਨਾ ਕਿਸੇ ਪ੍ਰਾਹੁਣਿਆਂ ਨੂੰ ਆਪਣੇ ਘਰ ਆਉਣ ਲਈ ਆਮੰਤਰਿਤ ਕਰੋ ਤੁਸੀਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਤੇ ਰਿਸ਼ਤੇਦਾਰੀ ਆ ਉਹ ਨਿਭਦੀ ਰਹੇਗੀ ਵੀਡੀਓ ਕਾਲ ਰਾਹੀਂ ਮਿਲਾਂਗੇ ਅਗਰ ਐਮਰਜੈਂਸੀ ਹੋਊਗੀ ਸੁੱਖ ਦੁੱਖ ਹੋਊਗਾ ਜ਼ਰੂਰ ਅਗਲੇ ਨੂੰ ਮਿਲਾਂਗੇ ਸਾਰੇ ਸੁੱਖੀ ਸਾਂਦੀ ਰਹੀਏ ਗਾਂ ਮੇਲਿਆਂ ਦੇ ਵਿੱਚ ਹਰੇਕ ਥਾਂ ਦੇ ਉੱਤੇ ਫਿਰ ਜੱਫੀਆਂ ਪਾਪਾ ਮਿਲ ਗਏ ਹਾਂਜੀ ਹਾਂਜੀ ਲੇਕਿਨ ਫਿਲਹਾਲ ਜਿਹੜਾ ਆਪਣੇ ਆਪ ਨੂੰ ਡਿਸਟੈਂਸ ਆ ਉਹ ਬਣਾ ਕੇ ਰੱਖੀਏ ਕੱਟ ਲੈਣੇ ਲਓ ਜੀ ਮੈਂ ਵੀ ਆਪਣੇ ਵੱਲੋਂ ਅਪੀਲ ਕਰ ਦਿੱਤੀ ਆ ਤੇ ਮੈਨੂੰ ਲੱਗਦਾ ਸਾਡੇ ਸਾਰੇ ਦਰਸ਼ਕ ਜਿਹੜੇ ਆ ਸੁਣਦੇ ਹੋਣਗੇ ਬਾਜ਼ਾਰ 'ਚ ਦੇਖੋ ਜੀ ਹੁਣ ਰੋਜ਼ ਦਿਹਾੜੇ ਬਾਜ਼ਾਰ 'ਚ ਫਗਵਾੜੇ 'ਚ ਕੀ ਲੈਣ ਜਾਣਾ ਆਪਾਂ ਲੋਕਾਂ ਨੇ ਜਿਹੜੇ ਲੋਕ ਜਾ ਰਹੇ ਕਹਿੰਦੇ ਬਾਜ਼ਾਰ ਭਰਿਆ ਪਿਆ ਕਿਉਂ ਭਰਿਆ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਲੋਕਾਂ ਕੋਲ ਪੈਸਾ ਕਿੱਥੋਂ ਆਇਆ ਆ ਜਾਂ ਕੀ ਲੈਣ ਜਾਂਦੀਆਂ ਰੋਜ਼ ਪੈਸੇ ਵਾਲੇ ਤਾਂ ਉਹਨੇ ਨਹੀਂ ਹੈ ਜੀ ਲੇਕਿਨ ਗੱਲ ਮੇਨ ਆਹ ਜਾ ਜਾਂਦੀ ਕਿ ਲੋਕੀ ਮੇਲਾ ਦੇਖਣ ਚੱਲ ਜਾਂਦੇ ਕਿ ਚਲੋ ਠੀਕ ਆ ਗੇੜੀ ਮਾਰੇ ਉਹਨੇ ਘੁੰਮੇ ਉਹਨੇ ਆ ਇਹ ਜ਼ਿਆਦਾ ਚੱਲਦਾ ਪਿਆ
ਹਾਂ ਹੁਣ ਲੇਡੀਜ਼ ਆ ਜੀ ਕਿ ਕਈ ਵਾਰੀ ਇਦਾਂ ਹੁੰਦਾ ਕਿ ਪਤਾ ਹੁੰਦਾ ਕਿ ਮਹੀਨਾ ਹੋ ਗਿਆ ਸੂਟ ਨਹੀਂ ਖਰੀਦਿਆ, ਇਸ ਚੀਜ਼ ਦੀ ਬੜੀ ਐਲਰਜੀ ਹੋ ਜਾਂਦੀ ਹੈ, ਸੂਟ ਨਹੀਂ ਖਰੀਦਿਆ, ਉਹ ਤਾਂ ਉਦਾਂ ਹੀ ਸੂਟ ਲੈਂਦੇ ਨੇ ਭਾਵੇਂ ਛੋਟਾ ਜਿਹਾ ਲਾਈ ਹੈਗਾ। ਮੇਰੇ ਤੋਂ ਲੈ ਜਾਣ। ਹਾਂਜੀ ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਦੇਖੋ ਤੁਸੀਂ ਲੇਡੀਜ਼ ਦੇ ਲਈ ਜ਼ਿਆਦਾ ਬੋਲਦੇ, ਤੁਸੀਂ ਮੈਨੂੰ ਲੱਗਦਾ ਅੱਜ ਸ਼ਾਮ ਦੀ ਰੋਟੀ ਘਰ ਖਾਣੀ ਨਹੀਂ, ਸ਼ਾਮ ਦੀ ਰੋਟੀ ਮੈਨੂੰ ਮਿਲ ਜਾਣੀ ਆ, ਉਹ ਨਹੀਂ ਗੱਲ ਹੈਗੀ। ਮੈਂ ਸਪੈਸ਼ਲ ਜਾ ਕੇ ਪ੍ਰੋਗਰਾਮ ਕਹਿਣਾ ਦੇਖ ਲਿਆ ਵੀ ਆਪਾਂ ਇਦਾਂ ਦੀਆਂ ਗੱਲਾਂ ਵੀ ਕੀਤੀਆਂ ਸੀਗੀਆਂ, ਉਹ ਨਹੀਂ ਕੋਈ ਇਸ਼ੂ ਹੈਗਾ। ਲੇਕਿਨ ਇਹ ਚੀਜ਼ ਸਹੀ ਆ ਕਿ ਕੋਈ ਵੀ ਰਿਸ਼ਤੇਦਾਰ ਅਗਰ ਤੁਹਾਡੇ ਘਰ ਆਉਂਦਾ ਤੁਸੀਂ ਕਹਿ ਵੀ ਨਹੀਂ ਸਕਦੇ, ਕੁਝ ਨਹੀਂ ਕਰ ਸਕਦੇ, ਲੇਕਿਨ ਡਰ ਜਿਹੜਾ ਆ ਉਹ ਜ਼ਿਆਦਾ ਹੁੰਦਾ। ਬਿਲਕੁਲ ਸਰ, ਜਿੱਦਾਂ ਅਸੀਂ ਗੱਲ ਕਰ ਰਹੇ ਸੀ ਜਿਹੜਾ ਚੇਂਜਸ ਆ ਰਹੀਆਂ ਨੇ, ਤੁਸੀਂ ਮਾਸਕ ਦੀ ਗੱਲ ਕਰ ਰਹੇ ਕਿ ਬ੍ਰਾਂਡਡ ਮਾਸਕ ਚੱਲ ਰਹੇ ਨੇ ਲੇਡੀਜ਼ ਦੇ ਸੂਟਾਂ ਦੇ ਨਾਲ, ਹਾਂ ਉਹਨੂੰ ਅਸੀਂ ਉਹ ਬ੍ਰਾਂਡ ਬਣ ਜਾਣਾ ਹੈ ਤੇ ਲੇਡੀਜ਼ ਦੇ ਸੂਟਾਂ ਦੇ ਨਾਲ ਦੇ ਮਾਸਕ ਜਿਹੜੇ ਮਾਰਕੀਟ ਵਿੱਚ ਉਹ ਵੀ ਆ ਰਹੇ ਨੇ। ਕਈ ਜ਼ਿਆਦਾਤਰ ਦੇਖਣ ਚ ਆਇਆ ਜਿਹੜੇ ਜਿੱਦਾਂ ਕੋਈ ਸ਼ਾਪ ਵਾਲੇ ਹੈਗੇ ਨਾ ਸੂਟਾਂ ਵਾਲੇ, ਸਾਡੇ ਨਾਲ ਐਡ ਹੁੰਦੇ, ਗਰੁੱਪ ਵਗੈਰਾ ਬਣੇ ਹੁੰਦੇ, ਉਹ ਸੂਟ ਦੇ ਨਾਲ ਮਾਸਕ ਵੀ ਪਾ ਰਹੇ ਨੇ, ਤੁਹਾਨੂੰ ਪ੍ਰੋਪਰ ਮਾਸਕ ਵੀ ਜਿਹੜਾ ਮਿਲ ਰਿਹਾ ਨਾ। ਕਹਿਣ ਦਾ ਭਾਵ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਚੇਂਜਸ ਇਦਾਂ ਦੀਆਂ ਆਈਆਂ ਨੇ ਜਿਨ੍ਹਾਂ ਨੂੰ ਅਸੀਂ ਲੰਬੇ ਸਮੇਂ ਤੱਕ ਆਪਣੇ ਨਾਲ ਰੱਖਣਾ, ਜਿਵੇਂ ਮਾਸਕ ਦੀ ਗੱਲ ਕਰੀਏ, ਦੂਰੀ ਬਣਾ ਕੇ ਰੱਖੀਏ, ਜਾਂ ਫਿਰ ਜੇਕਰ ਇਸ ਬਿਮਾਰੀ ਤੋਂ ਬਚਣਾ ਆ ਜੋ ਜੋ ਸਰਕਾਰ ਵੱਲੋਂ ਨਿਯਮ ਲਾਗੂ ਕੀਤੇ ਜਾਂਦੇ ਆ ਉਹਨਾਂ ਤੇ ਜਿਹੜਾ ਸਾਨੂੰ ਗੌਰ ਕਰਨੀ ਪੈਣੀ ਹੈ। ਇੱਕ ਚੀਜ਼ ਮਨਪ੍ਰੀਤ ਹੋਰ ਦੇਖਣ ਵਾਲੀ ਆ ਕਿ ਅੱਜ ਸਭ ਕੁਝ ਖੁੱਲ ਗਿਆ ਆ ਹਨਾ, ਤੇ ਸਭ ਕੁਝ ਪ੍ਰਮਾਤਮਾ ਕਰੇ ਇਦਾਂ ਠੀਕ ਚੱਲਦਾ ਰਹੇ, ਲੇਕਿਨ ਕੈਪਟਨ ਸਾਹਿਬ ਨੇ ਹਜੇ ਕੱਲ੍ਹ ਹੀ ਜਿਹੜੀ ਆ ਉਹ ਸ਼ੰਕਾ ਜ਼ਾਹਿਰ ਕੀਤੀ ਆ ਕਿ ਜੁਲਾਈ ਅਗਸਤ ਦੇ ਵਿੱਚ ਜਿਹੜਾ ਕਰੋਨਾ ਆ ਉਹ ਪੀਕ ਤੇ ਹੋਏਗਾ, ਬਹੁਤ ਵੱਡੇ ਲੈਵਲ ਦੇ ਉੱਤੇ ਫੈਲੇਗਾ, ਆਪ ਕਹਿ ਰਹੇ ਨੇ। ਬਿਲਕੁਲ, ਤੇ ਉਹਦੇ ਲਈ ਸਾਨੂੰ ਸਾਡੇ ਲੋਕਾਂ ਨੂੰ ਤਿਆਰ ਰਹਿਣਾ ਪਊਗਾ। ਉਹਨੂੰ ਮਤਲਬ ਇਦਾਂ ਨਾ ਹੋਵੇ ਅਸੀਂ ਇੰਨੇ ਕੁ ਸਮੇਂ ਦੀ ਖੋਲ ਦੇ ਵਿੱਚ ਇਦਾਂ ਦੀ ਖੁਸ਼ੀ ਦਾ ਮਾਹੌਲ ਬਣਾ ਲਈਏ ਕਿ ਅਸੀਂ ਜਿਹੜਾ ਆਉਣ ਵਾਲਾ ਸਮਾਂ ਹੈ ਉਹਨੂੰ ਰਹਿੰਦਾ ਹੀ ਅਸੀਂ ਇਦਾਂ ਕਰ ਲਈਏ ਕਿ ਅਸੀਂ ਬਾਹਰ ਨਿਕਲ ਹੀ ਨਾ ਸਕੀਏ, ਬਾਹਰ ਨਿਕਲ ਨਾ ਸਕੀਏ, ਤੇ ਆਪਣੀ ਸੇਵਿੰਗ ਜਿਹੜੀ ਆ ਜ਼ਰੂਰ ਰੱਖਣੀ ਚਾਹੀਦੀ ਹੈ ਇਹਨਾਂ ਦਿਨਾਂ ਵਿੱਚ। ਬਿਲਕੁਲ, ਇਹ ਸਾਡੇ ਤੇ ਹੀ ਆ। ਜੇਕਰ ਅਸੀਂ ਹੁਣ ਇਹਨਾਂ ਨਿਯਮਾਂ ਦਾ ਵਧੀਆ ਪਾਲਣ ਕਰਦੇ ਹਾਂ ਤਾਂ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜਾ ਸਾਡੇ ਵੱਲੋਂ ਬਿਨਾਂ ਮਤਲਬ ਤੋਂ ਇੱਧਰ ਉੱਧਰ ਘੁੰਮ ਫਿਰ ਕੇ ਇਹਨੂੰ ਵਧਾਵਾ ਜਿਹੜਾ ਕਰੋਨਾ ਨੂੰ ਉਹ ਨਾ ਦਿੱਤਾ ਜਾਵੇ। ਜੇਕਰ ਅਸੀਂ ਕੰਟਰੋਲ 'ਚ ਰਵਾਂਗੇ ਤਾਂ ਇਹ ਵੀ ਜਿਹੜਾ ਕੰਟਰੋਲ ਦੇ ਵਿੱਚ ਰਹੇਗਾ ਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਵਧੀਆ ਹੋਊਗਾ। ਸਰ ਉਹ ਆਪਾਂ ਜਿਹੜੀ ਗੱਲ ਕਰ ਰਹੇ ਸੀ ਚੇਂਜ ਲਾਈਫ ਦੇ ਵਿੱਚ ਕਿੱਦਾਂ ਆ ਰਿਹਾ, ਕੀ ਹੋ ਰਿਹਾ, ਕਿੱਦਾਂ ਕਰੋਨਾ ਨੇ ਕੀਤਾ, ਉਹਦੇ ਰਿਗਾਰਡਿੰਗ ਸਾਡੇ ਕੋਲ ਇੱਕ ਵੀਡੀਓ ਜਿਹੜੀ ਪਹੁੰਚੀ ਹੈ ਤੇ ਅਸੀਂ ਚਾਹੁੰਦੇ ਕਿ ਉਹ ਜਿਹੜੀ ਵੀਡੀਓ ਆ ਉਹ ਦਰਸ਼ਕਾਂ ਤੱਕ ਦਿਖਾਈ ਜਾਵੇ ਕਿ ਕਰੋਨਾ ਦੇ ਲਈ ਨਾਲ ਕਿਹੜੇ ਚੇਂਜ ਆਏ ਨੇ, ਕਿੱਦਾਂ ਦਾ ਅਸੀਂ ਜਿਹੜਾ ਫੀਲ ਉਹ ਕਰ ਰਹੇ ਹਾਂ। Last week, I said COVID-19 will be here for at least 2 years. I was wrong. COVID-19 will be here for 100 years, and it will change our lives forever. But how exactly? Well, here is my best guess. Office. The office is dead. In a lockdown, it's illegal to open them. So companies are realizing, wow, I don't need an office. I don't need to pay $1 million in rent when all my employees can work from home. Google and Facebook just announced that all their employees do not need to come to an office until 2021. Jobs. Many jobs can be done remotely. You just need the internet. So when COVID-19 hit, millions of people drove out of New York back to their homes to be with their family. They realized, why do I need to pay $2,000 a month for a small apartment just to live in a big city? Yes, cities. They will not be the same. People are realizing they don't like the traffic, the noise, and the pollution. They can work next to very exciting nature. So, in the future, millions of people will immigrate from cities to farms, to beaches, to small towns. And that means New York City, New Delhi, and every other major city will not be the same after COVID-19. For one, they will have a lot less traffic. Talent. This is the most exciting part. If you don't need to be in the office, then Google can hire you wherever you are in the world. Which means if you are a genius living in Indonesia or Iceland or Zimbabwe, Google will hire you right from your bedroom. You just need
to have talent. You don't need a US visa, you don't need to immigrate, you don't need to relocate, you don't need to go to the office. In fact, last month I hired 3 people without ever meeting them in person. It was all done online. This is why COVID-19 will be around for 100 years. The virus will disappear, but its effects will be around for a long time. Once we realize our jobs can be done remotely, we will not want to be stuck in traffic paying $2,000 for a small apartment just to get to an office. COVID-19 is a global tragedy, but it's a historic one, and it will change our lives, our jobs, our offices, and our countries forever. Which means this is the time to finally get a stronger Wi-Fi. See you. ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ। ਇਹ ਉਹ ਜਾਣਕਾਰੀ ਹੈ ਜਿਹੜੀ ਸਾਡੇ ਤੱਕ ਪਹੁੰਚੀ ਹੈ ਇਸ ਵੀਡੀਓ ਦੇ ਰਾਹੀਂ ਕਿ ਕਿੱਦਾਂ ਚੇਂਜਸ ਜਿਹੜੀਆਂ ਆ ਰਹੀਆਂ ਨੇ, ਬੇਸ਼ੱਕ ਉਹ ਕੰਮ ਦੇ ਰਿਗਾਰਡਿੰਗ ਹੋਣ, ਬੇਸ਼ੱਕ ਮਿਲਣ ਗਿਲਣ ਦੇ ਰਿਗਾਰਡਿੰਗ ਹੋਣ। ਕਿੱਦਾਂ ਅਸੀਂ ਇਕੱਠ ਪਹਿਲਾਂ ਕਰਦੇ ਸੀ, ਹੁਣ ਇਕੱਠ ਘੱਟ ਹੋ ਗਿਆ ਨਾ। ਮਤਲਬ ਕਹਿ ਲਓ ਕਿ ਕਈ ਚੇਂਜਸ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਲੰਬੇ ਸਮੇਂ ਤੱਕ ਰਹਿ ਸਕਦੀਆਂ ਨੇ। ਕਿਉਂ ਇਹ ਉਹ ਕਹਿਣ ਦਾ ਮਤਲਬ ਇਹ ਸੀ ਕਿ ਇਹ ਹੋ ਸਕਦਾ ਕਿ ਲਾਈਫ ਟਾਈਮ ਹੋ ਜਿਹੜਾ ਆ ਆਉਣ ਵਾਲੇ ਬਹੁਤ ਲੰਬਾ ਟਾਈਮ ਜਿਹੜਾ ਆ ਕਰੋਨਾ ਉਹ ਸਾਡੇ ਵਿੱਚ ਵੀ ਰਵੇ। ਤੇ ਉਹਦੇ ਲਈ ਸਾਨੂੰ ਇਹ ਹੈ ਕਿ ਜਿਹੜੇ ਬਿਜ਼ਨਸ ਆ ਉਹਨਾਂ ਦੇ ਚੇਂਜ ਜਾਂ ਸਟਾਈਲ ਹੀ ਚੇਂਜ ਹੋ ਗਿਆ। ਹੁਣ ਆਪਾਂ ਗੂਗਲ ਦੀ ਗੱਲ ਕਰਦੇ ਹਾਂ, ਫੇਸਬੁੱਕ ਦੀ ਗੱਲ ਕਰਦੇ ਹਾਂ, ਜਾਂ ਹੋਰ ਇਹਨਾਂ ਜਿੰਨੀਆਂ ਅੱਛੀਆਂ ਕੰਪਨੀਆਂ ਨਾਲ ਹੀ ਗੱਲ ਕਰਦੇ ਹਾਂ, ਉਹਨਾਂ ਨੇ 2021 ਤੱਕ ਆਪਣੇ ਜਿੰਨੇ EMPLOYEE ਸੀ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਘਰ ਤੋਂ ਕੰਮ ਕਰੋ। ਜਿਹੜੇ ਲੱਖਾਂ ਕਰੋੜਾਂ ਰੁਪਈਆ ਜਿਹੜਾ ਆਫਿਸ ਦੇ ਖਰਚਿਆਂ ਲਈ ਜਾਂਦਾ ਸੀ ਜਾਂ ਬਿਲਡਿੰਗ ਰੈਂਟ ਹੋ ਰਹੀ ਸੀ, ਹੋਰ ਹੋ ਰਹੀ ਸੀ, ਉਹ ਸਾਰਾ ਜਿਹੜਾ ਆ ਉਹ ਕੰਪਨੀਆਂ ਦਾ ਉਹ ਬਚਣਾ ਉਹ ਸ਼ੁਰੂ ਹੋ ਜਾਏਗਾ, ਹਨਾ। ਫਿਰ ਜਿਹੜਾ ਗੱਡੀਆਂ ਦੇ ਵਿੱਚ ਜਾਣਾ ਉੱਥੇ ਰਸ਼ ਦਾ ਜਿਹੜਾ ਉਹਦਾ ਬਚਾਅ ਹੋ ਗਿਆ। ਫਿਰ ਮਹਿੰਗੇ ਏਰੀਆ ਵਿੱਚ ਰਹਿਣ ਦੀ ਲੋੜ ਨਹੀਂ, ਤੁਹਾਨੂੰ ਅਮਰੀਕਾ ਜਾਂ ਹੋਰ ਕਿਤੇ ਹੁੰਦਾ ਹੋਣਾ ਜ਼ਰੂਰੀ ਨਹੀਂ। ਅਗਰ ਤੁਸੀਂ ਕਾਬਲੀਅਤ ਹੈਗੀ, ਹੋ ਸਕਦਾ ਇੰਡੀਆ ਤੋਂ ਬੈਠ ਕੇ ਤੁਸੀਂ ਘਰੋਂ ਗੂਗਲ ਲਈ ਜਾਂ ਫੇਸਬੁੱਕ ਲਈ ਕੰਮ ਕਰਦੇ ਹੋਵੋ ਜੀ, ਹਨਾ। ਇਹ ਚੀਜ਼ਾਂ ਜਿਹੜਾ ਇੱਕ ਮੈਸੇਜ ਸੀ ਵਧੀਆ ਸੀ। ਸਰ ਜਿੱਥੇ ਇਸ ਵਾਇਰਸ ਕਰਕੇ ਸਾਡਾ ਸਾਰਿਆਂ ਦਾ ਬਹੁਤ ਨੁਕਸਾਨ ਹੋ ਰਿਹਾ, ਸਾਰੀਆਂ ਕੰਟਰੀਆਂ ਦਾ, ਬੇਸ਼ੱਕ ਉਹ ਜਿਹੜੀ ਗਿਣਤੀ ਆ ਮੌਤਾਂ ਦੀ ਗਿਣਤੀ ਵਧਣ ਕਰਕੇ ਸਾਡੇ ਦੇ ਕਮੀ ਹੋ ਰਹੀ ਆ ਆਲੇ ਦੁਆਲੇ, ਹਨਾ, ਲੋਕਾਂ ਦੀ। ਤੇ ਬੇਸ਼ੱਕ ਉਹ ਆਰਥਿਕ ਪੱਖੋਂ ਹੋਵੇ, ਬੇਸ਼ੱਕ ਕਿਸੇ ਵੀ ਤਰੀਕੇ ਨਾਲ, ਜਿੱਦਾਂ ਹੁਣ ਯਾਤਰਾ ਨਹੀਂ ਕਰ ਸਕਦੇ ਅਸੀਂ, ਕਿਸੇ ਦੇ ਜਿਹੜਾ ਕਹ ਲਓ ਵਿਆਹ ਸ਼ਾਦੀਆਂ ਬਹੁਤ ਕੈਂਸਲ ਹੋ ਗਈਆਂ, ਕਹ ਲਓ ਬਹੁਤ ਨੁਕਸਾਨ ਜਿਹੜਾ ਹੋਇਆ। ਪਰ ਉਸ ਦੇ ਉਲਟ ਜਿਹੜਾ ਵਾਤਾਵਰਨ ਨੂੰ ਬਹੁਤ ਫਾਇਦਾ ਹੋਇਆ। ਵਾਤਾਵਰਨ ਇੰਨਾ ਕੁ ਜ਼ਿਆਦਾ ਸਾਫ਼ ਹੋ ਗਿਆ, ਇੰਨਾ ਕੁ ਜ਼ਿਆਦਾ ਮਤਲਬ ਕਹ ਲਓ ਕਿ ਹਰਿਆ ਭਰਿਆ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਇਹਨੂੰ ਇਸੇ ਤਰ੍ਹਾਂ ਰੱਖੀਏ ਜਦੋਂ ਸਾਰਾ ਕੁਝ ਠੀਕ ਵੀ ਹੋ ਜਾਂਦਾ ਹੈ। ਤੇ ਸਰਕਾਰ ਨੂੰ ਜਿਹੜੇ ਕਿ ਨਿਯਮ ਲਾਗੂ ਕਰ ਦੇਣੇ ਚਾਹੀਦੇ ਨੇ ਇਹਦੇ ਰਿਗਾਰਡਿੰਗ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ, ਤਾਂ ਹੁਣ ਵੀ ਚਾਹੀਦੀ ਹੈ ਕਿ ਤੁਸੀਂ ਇਸੇ ਤਰ੍ਹਾਂ ਬਣਿਆ ਰਹੇ। ਤੁਸੀਂ ਗੱਲ ਕੀਤੀ ਹੈ ਕਿ ਸਾਰੇ ਬਿਜ਼ਨੈਸਸ ਦੀ, ਤੇ ਮੈਂ ਵੀ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਇੱਕ ਨਜ਼ਰ ਪ੍ਰੋਗਰਾਮ ਲੈ ਕੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਤੁਹਾਡੇ ਵਿੱਚ ਵਿਚਰਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਅਗਰ ਕੋਈ ਵੀ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦਾ ਹੋਵੇ, ਤੇ ਤੁਸੀਂ ਚਾਹੁੰਦੇ ਹੋ ਕਿ ਇੱਥੇ ਪਿੱਛੇ ਨਾਲ ਤੁਹਾਡਾ ਨਾਮ ਵੀ ਜਿਹੜਾ ਆ ਉਹ ਲਿਖਿਆ ਹੋਵੇ, ਤੁਹਾਡੀ ਕੰਪਨੀ ਦਾ ਨਾਮ ਲਿਖਿਆ ਹੋਵੇ, ਤੇ ਤੁਸੀਂ ਸ਼ਾਪ ਕੋਈ ਚਲਾ ਰਹੇ ਹੋ, ਬਿਜ਼ਨਸ ਚਲਾ ਰਹੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਕਿੱਦਾਂ ਦੀਆਂ ਚੇਂਜਸ ਸਾਨੂੰ ਕਰਨੀਆਂ ਚਾਹੀਦੀਆਂ ਨੇ, ਤਾਂ ਉਹਦੇ ਲਈ ਤੁਸੀਂ ਮੇਰੇ ਪਰਸਨਲ ਫੋਨ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਸਾਡੇ ਆਫਿਸ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਤੁਸੀਂ ਸਾਨੂੰ ਆਪਣੀ ਈਮੇਲ, WhatsApp ਜਾਂ ਕਿਸੇ ਵੀ ਤਰੀਕੇ ਨਾਲ ਆਪਣੇ ਜਿਹੜੇ ਸੁਝਾਅ ਆ ਸਾਨੂੰ ਭੇਜ ਸਕਦੇ ਹੋ। ਬਹੁਤ ਸਾਰੇ ਸਟੂਡੈਂਟ ਇਸ ਟਾਈਮ ਘਰਾਂ ਦੇ ਵਿੱਚ ਬੈਠੇ ਹੋਣੇ ਆ, ਬੱਚੇ ਬੈਠੇ ਹੋਣੇ ਜਿਨ੍ਹਾਂ ਕੋਲ ਬਹੁਤ ਅੱਛੇ ਆਈਡੀਆਜ਼ ਨੇ, ਤੇ ਅਗਰ ਉਹ ਆਈਡੀਆਜ਼ ਲੈ ਕੇ ਸਾਡੇ ਕੋਲ ਆਉਂਦੇ ਨੇ, ਅਸੀਂ ਆਪਣੇ ਚੈਨਲ ਨੂੰ ਅੱਗੇ ਕਿੱਦਾਂ ਲੈ ਕੇ ਜਾ ਸਕਦੇ ਹਾਂ, ਤਾਂ ਅਸੀਂ ਉਹਨਾਂ ਨੂੰ ਆਪਣੇ ਚੈਨਲ ਦੇ ਉੱਤੇ ਮੌਕਾ ਵੀ ਦੇ ਸਕਦੇ ਹਾਂ। ਤੇ ਜੋ ਉਹਨਾਂ ਦੇ ਆਈਡੀਆਜ਼ ਨੇ ਅਸੀਂ ਉਹਨਾਂ ਦੇ ਅਨੁਸਾਰ ਜਿਹੜਾ ਆ ਕਈ ਚੇਂਜਸ ਆਪਣੇ ਇਸ ਪ੍ਰੋਗਰਾਮ ਜਾਂ ਆਪਣੇ ਚੈਨਲਸ ਦੇ ਵਿੱਚ ਆ ਜਿਹੜੀ ਆ ਉਹ ਲਿਆ ਸਕਦੇ ਨੇ। ਜੇ ਉਹਨਾਂ ਕੋਲ ਕੋਈ ਆਈਡੀਆਜ਼ ਹੋਣ ਤਾਂ ਸਾਨੂੰ ਉਹ ਸੰਪਰਕ ਕਰ ਸਕਦੇ ਨੇ। ਤੇ ਨਾਲ ਦੀ ਨਾਲ ਮੈਂ ਦਰਸ਼ਕਾਂ ਨੂੰ ਇੱਕ ਜ਼ਰੂਰੀ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਇਹ ਜਿਹੜੇ ਪ੍ਰੋਗਰਾਮ ਆ ਜਿੱਥੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰ ਕੰਟਰੀ ਵਿੱਚ ਚੱਲਦਾ, ਇੱਥੇ ਲੋਕਲ ਵੀ ਕੇਬਲ ਦੇ ਉੱਤੇ ਜਿਹੜਾ ਚੱਲਦਾ ਆ। ਉਸ ਤੋਂ ਇਲਾਵਾ ਇਹ ਜਿਹੜਾ ਫੇਸਬੁੱਕ ਦੇ ਉੱਤੇ ਨਾਲ ਦੀ ਨਾਲ ਲਾਈਵ ਹੁੰਦਾ ਆ, ਤੇ YouTube ਦੇ ਉੱਤੇ ਵੀ ਆਵਾਜ਼ ਦਿਖਾਇਆ ਜਾਂਦਾ। ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਹਾਡੇ ਜਿੰਨੇ ਵੀ ਰਿਸ਼ਤੇਦਾਰ ਨੇ, ਦੋਸਤ ਨੇ, ਮਿੱਤਰ ਨੇ, ਸੱਜਣ ਨੇ, ਸਾਰਿਆਂ ਨੂੰ ਕਹੋ ਕਿ ਨਵਰੰਗ TV ਦਾ ਜਿਹੜਾ ਫੇਸਬੁੱਕ ਪੇਜ ਆ ਉਹ ਲਾਈਕ ਕਰੋ, ਤੇ ਇਸ ਤੋਂ ਇਲਾਵਾ YouTube ਜਿਹੜਾ ਚੈਨਲ ਆ ਸਾਡਾ ਉਹਨੂੰ ਸਬਸਕ੍ਰਾਈਬ ਕਰੋ, ਤਾਂ ਕਿ ਜਦੋਂ ਵੀ ਅਸੀਂ ਕੋਈ ਹੋਰ ਵੀ ਅਪਡੇਟ ਕਰਦੇ ਆ ਉਹ ਜਲਦੀ ਤੋਂ ਜਲਦੀ ਸਾਡੇ ਸਾਰੇ ਦਰਸ਼ਕਾਂ ਤੱਕ ਜਿਹੜੀ ਆ ਉਹ ਪਹੁੰਚ ਸਕੇ। ਬਿਲਕੁਲ।
ਤੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਪ੍ਰਮੋਸ਼ਨ ਦੀ ਕਿ ਤੁਸੀਂ ਪ੍ਰੋਗਰਾਮ ਜਿਹੜਾ ਸਪਾਂਸਰ ਕਰੋ, ਸਪਾਂਸਰ ਇਦਾਂ ਹੈ ਕਿ ਜਦੋਂ ਤੁਸੀਂ ਸਪਾਂਸਰ ਕਰਾਓਗੇ ਪ੍ਰੋਗਰਾਮ ਸਾਰੇ ਦਾ ਸਾਰਾ 1 ਘੰਟਾ ਜਿਹੜਾ ਉਹ ਤੁਹਾਡੇ ਲਈ ਸਪਾਂਸਰ ਹੋਊਗਾ ਸਾਡੇ ਵੱਲੋਂ। ਤੁਹਾਡੇ ਤੁਸੀਂ ਬਿਜ਼ਨਸ ਦੀ ਗੱਲ ਕਰ ਰਹੇ ਆ, ਬੇਸ਼ੱਕ ਤੁਸੀਂ ਕੋਈ ਸ਼ਾਪ ਚਲਾ ਰਹੇ ਆ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਬਿਜ਼ਨਸ ਹੈ ਜਿਹਦੀ ਤੁਸੀਂ ਪ੍ਰਮੋਸ਼ਨ ਕਰਾਉਣਾ ਚਾਹੁੰਦੇ ਹੋ, 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਹਾਡੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲੂਗਾ। ਇੱਕ ਬਿਲਕੁਲ ਤੁਹਾਡੀ ਪ੍ਰੋਪਰ ਜਿਹੜੀ ਪ੍ਰਮੋਸ਼ਨ ਆ ਤੁਹਾਡੇ ਬਿਜ਼ਨਸ ਦੀ ਉਹ ਕੀਤੀ ਜਾਊਗੀ। ਤੇ ਸਮਾਂ ਵੀ ਜਿਹੜਾ ਸਾਡੇ ਤੱਕ ਕਹਿ ਲਓ ਕਿ ਘੱਟ ਹੀ ਰਹਿ ਗਿਆ ਸਾਡੇ ਕੋਲ, ਤੇ 5 ਮਿੰਟ ਦਾ ਜਿਹੜਾ ਸਮਾਂ ਰਹਿ ਗਿਆ। ਸੋ ਜਾਂਦੇ ਜਾਂਦੇ ਜਿਹੜੀ COVID-19 ਦੀ ਭਾਰਤ ਦੀ ਰਿਪੋਰਟ ਹੈਗੀ ਆ ਜਾਂ ਵਿਸ਼ਵ ਦੀ ਰਿਪੋਰਟ ਆ ਉਹ ਤੁਹਾਡੇ ਤੱਕ ਸਾਂਝੇ ਕਰਦੇ ਜਾਈਏ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕੁੱਲ ਅੰਕੜਾ ਜਿਹੜਾ COVID-19 ਦਾ ਆ ਉਹ 96,169 ਤੱਕ ਜਿਹੜਾ ਕਿ ਪਹੁੰਚ ਗਿਆ। ਮਤਲਬ ਅਸੀਂ ਕਿੱਥੇ ਪਹਿਲਾਂ 50,000 ਦੀ ਗੱਲ ਕਰ ਰਹੇ ਸੀ, ਹੁਣ ਅਸੀਂ ਲੱਖ ਦੇ ਜਿਹੜਾ 1 ਲੱਖ ਦੇ ਨੇੜੇ ਉਹ ਪਹੁੰਚ ਗਏ ਆ। 3,029 ਜਿਹੜੀਆਂ ਹੁਣ ਤੱਕ ਉਹ ਮੌਤਾਂ ਹੋ ਚੁੱਕੀਆਂ ਨੇ। 36,824 ਜਿਹੜੇ 96,000 ਆ ਇਹਨਾਂ ਦੇ ਵਿੱਚੋਂ ਠੀਕ ਹੋ ਚੁੱਕੇ ਨੇ। 56,316 ਕੇਸ ਸਰਗਰਮ ਜਿਹੜੇ ਚੱਲ ਰਹੇ ਨੇ, ਜਾਣੀ ਕਿ ਜਿਹੜੇ ਹਜੇ ਇਲਾਜ ਦੇ ਅਧੀਨ ਨੇ। 24 ਘੰਟਿਆਂ ਦੇ ਵਿੱਚ ਜਿਹੜੇ ਪੂਰੇ ਭਾਰਤ ਦੇ ਵਿੱਚ 5242 ਨਵੇਂ ਕੇਸ ਸਾਹਮਣੇ ਆਏ ਨੇ ਤੇ 157 ਜਿਹੜੀਆਂ ਉਹ ਮੌਤਾਂ ਹੋਈਆਂ ਨੇ। ਤੇ ਜੇਕਰ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਵਿੱਚ 47,50,000 ਤੋਂ ਉੱਪਰ ਦਾ ਜਿਹੜਾ ਪੀੜਤਾਂ ਦਾ ਅੰਕੜਾ ਉਹ ਪਾਰ ਹੋ ਗਿਆ ਹੈ। 3,13,794 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। 84,487 ਜਿਹੜੇ ਨਵੇਂ ਕੇਸ ਉਹ ਦੇਖਣ ਨੂੰ ਆਏ ਨੇ ਤੇ 18,30,000 ਲੋਕ ਇਸ ਬਿਮਾਰੀ ਤੋਂ ਜਿਹੜਾ ਜਿੱਤ ਕੇ ਠੀਕ ਹੋ ਚੁੱਕੇ ਨੇ ਜੀ। ਸੋ ਇਹ ਸੀ ਜੀ ਅੱਜ ਦੀ ਜਾਣਕਾਰੀ, ਅੱਜ ਦੀ ਰਿਪੋਰਟ। ਨਾਲ ਦੀ ਨਾਲ ਜਿਹੜੀ ਹੋਰ ਵੀ ਕੋਈ ਵਧੀਆ ਇਨਫੋਰਮੇਸ਼ਨ ਹੈ ਜਿਹੜੀ ਤੁਹਾਡੇ ਤੱਕ ਪਹੁੰਚਣੀ ਜ਼ਰੂਰੀ ਹੈ ਉਹ ਵੀ ਅਸੀਂ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਸੋ ਕੱਲ ਫਿਰ ਮਿਲਾਂਗੇ। ਹੁਣ ਤੱਕ ਦੇ ਲਈ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।